ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਸੈਸ਼ਨ ਸ਼ੁਰੂ ਹੋ ਰਿਹਾ ਹੈ। 25ਵਾਂ ਸੈਸ਼ਨ ਹੈ ਤੇ ਅਸੀਂ ਹਰ ਸੈਸ਼ਨ ਇੱਕ ਨੁਕਤੇ ਤੋਂ ਸ਼ੁਰੂਆਤ ਕਰਦੇ ਹਾਂ ਜੀ। ਤੇ ਅੱਜ ਦਾ ਸਾਡਾ ਨੁਕਤਾ ਹੈ ਹੁਕਮ। ਬਲਹਾਰੀ ਕੁਦਰਤ ਵਸਿਆ, ਰੱਬ ਜੀ ਦਾ ਰੂਪ ਰੰਗ ਰੇਖ ਭੇਖ ਕੁਛ ਨਹੀਂ ਹੈ। ਰੱਬ ਜੀ ਦੀ ਸਾਰੀ ਸ੍ਰਿਸ਼ਟੀ ਅਟਲ, ਖਰੇ ਸੱਚੇ ਨਿਯਮਾਂ ਹੁਕਮਾਂ ਅਨੁਸਾਰ ਚੱਲਦੀ ਹੈ। ਸੋ ਸਾਡੇ ਬੜੇ ਭਰੇ ਭਰਮ ਭੁਲੇਖੇ ਹਨ ਇਸ ਹੁਕਮ ਨੂੰ ਲੈ ਕੇ। ਸਾਡੇ ਅੱਜ ਭੂਆ ਜੀ ਇਸ ਭਰਮ ਭੁਲੇਖੇ ਨੂੰ ਦੂਰ ਕਰਨਗੇ। ਸੋ ਮੈਂ ਵੈਲਕਮ ਕਰਦੀ ਹਾਂ ਭੂਆ ਜੀ ਨੂੰ। ਹਾਂਜੀ ਭੂਆ ਜੀ। ਓਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਕਨਸੈਪਟ ਕਲੀਅਰ ਕਰਨਾ ਹੈਗਾ ਉਹ ਹੈਗਾ ਹੁਕਮ। ਬੜੇ ਭਰਮ ਭੁਲੇਖੇ ਹੈਗੇ ਹੁਕਮ ਦੇ ਉੱਪਰ। ਪਹਿਲੇ ਤਾਂ ਅਸੀਂ ਇਹ ਲੈ ਲਈ ਕਿ ਭਰਮ ਦੇ ਭੁਲੇਖੇ ਕਿਹੜੇ ਹੈਗੇ। ਯੂਜੂਅਲੀ ਪੀਪਲ ਥਿੰਕ ਇਟ ਇਜ਼ ਐਨ ਆਰਡਰ। ਵੀ ਆਰ ਲਾਈਕ ਪਪਿਟਸ, ਉਹ ਸਾਨੂੰ ਨਚਾ ਰਹੇ ਤਾਂ ਅਸੀਂ ਨੱਚ ਰਹੇ ਹਾਂ। ਉਹੀ ਸਾਨੂੰ ਦੁੱਖ ਤੇ ਉਹੀ ਸਾਨੂੰ ਸੁੱਖ ਦਿੰਦਾ ਹੈ। ਤਾਂ ਇਸੇ ਉਸਦੇ ਹੁਕਮ ਵਿੱਚ, ਉਹਦੇ ਭਾਣੇ ਵਿੱਚ, ਤਾਂ ਯੂਜੂਅਲੀ ਵੀ ਪੁੱਟ ਟੋਟਲੀ ਔਨ ਹਿਮ। ਇਹ ਆਲਰੇਡੀ ਚਲਦੀ ਆ ਰਹੀ ਹੈ, ਪੀੜ੍ਹੀਆਂ ਤੋਂ ਪੀੜ੍ਹੀ ਇਹ ਕੁਝ ਹੀ ਚਲਦੀ ਆ ਰਹੀ ਹੈ। ਔਰ ਅਸੀਂ ਐਸਕॉट ਫ੍ਰੀ ਹੋ ਗਏ ਹਾਂ ਕਿਉਂਕਿ ਉਸਦੇ ਹੁਕਮ ਦੇ ਅਨੁਸਾਰ ਜੋ ਦੁੱਖ ਸੁੱਖ ਸਾਨੂੰ ਆ ਰਿਹਾ ਹੈਗਾ ਉਹ ਕਿਤੇ ਉੱਪਰ ਬੈਠਾ ਹੋਇਆ ਉਹ ਸਾਨੂੰ ਦੇ ਰਿਹਾ ਹੈਗਾ। ਹੁਕਮ is a very very important concept to understand कि हुक्म कोई ऑर्डर नहीं हैगा। हुक्म is the law of the universe। जितने भी पुराने स्टूडेंट बैठे हैं ऑलरेडी वी नो इन अदर सेशंस ਅਸੀਂ the law of the universe ਕੀਤੇ ਸਨ। ਅਸੀਂ ਬਹੁਤ 160 ਵਿੱਚ I think 65 ਵੀ ਅਸੀਂ ਖਾਲੀ ਕਰ ਬੈਠੇ। we never did much। ਇਹ ਜਿਤਨੇ ਵੀ laws ਹਨ of the universe, ਔਰ ਜਿਸ ਨੂੰ ਕਹਿੰਦੇ ਨਿਯਮਾਵਲੀ, ਔਰ ਵੀ ਕਹਿੰਦੇ law of the nature, ਇਹ ਪੂਰੀ ਸ੍ਰਿਸ਼ਟੀ ਉਹਦੇ ਵਿੱਚ ਹੀ ਚੱਲ ਰਹੀ ਹੈ। ਹੁਣ ਅਗਰ ਇਹ law ਹੈ ਤਾਂ ਕਿਹਾ ਜਾਂਦਾ ਹੈ to come to the law, let us understand what is God. God hai ki? What is God? Now, God is what? God is no entity sitting in the sky. Koi sasmana te gurdwari mandira te nahi baitha hoya. It is a divine power. It is a divine entity. Just know ਅਸੀਂ ਅੱਜਕੱਲ ਦੇ ਬੱਚੇ ਜਦੋਂ ਦੇ ਕਹਿੰਦੇ ਨੇ ਕਿ ਅਸੀਂ atheist ਹੈਗੇ, we do not believe in God, ਤਾਂ ਕਹਿੰਦੇ ਠੀਕ ਹੈ ਚਲੋ we don't believe in God. Do you believe in the universe? ਕਹਿੰਦੇ oh yes we believe in the universe. Do you believe in life? Oh yes we believe in the life. Do you believe? ਅਸੀਂ ਇਹ ਸਾਰੇ ਕੁਐਸਚਨਸ ਉਹਨਾਂ ਨੂੰ ਰੱਖਦੇ ਹਾਂ। Do you believe in the energy? Oh ਕਹਿੰਦੇ yes this is all science. I said but that is God. The universe is God. Life is God. Energy is the beautiful energy that prevails everywhere। ਕਣ ਦੇ ਵਿੱਚੋਂ ਹੈਗਾ। ਹੁਣ ਇਹਦਾ ਕੋਈ ਰੂਪ ਰੰਗ ਤੇ ਹੈ ਨਹੀਂ। ਇਟ ਇਜ਼ ਜਸਟ ਐਨ ਐਨਰਜੀ, ਅ ਪੈਕੇਜ ਆਫ ਐਨਰਜੀ। ਨਾਓ ਦਿਸ ਐਨਰਜੀ ਇਹ ਪੂਰੇ ਬ੍ਰਹਮੰਡ ਵਿੱਚ ਹੈਗਾ। everything is God, that everything is oneness, there's no second thing in the world। ਹੁਣ ਅਗਰ ਇਹ ਚੀਜ਼ ਬਾਹਰ ਹੈ ਬਿਕੋਜ਼ ਅਸੀਂ ਆਪਣੀ ਐਵੋਲੂਸ਼ਨ ਵਾਸਤੇ ਕਰ ਰਹੇ ਹਾਂ ਤਾਂ ਸਾਨੂੰ ਉਹਦਾ ਇੱਕ ਐਡਰੈਸ ਚਾਹੀਦਾ ਹੈ। ਸਾਨੂੰ ਪਤਾ ਕਣ ਕਣ ਦੇ ਵਿੱਚ ਹੈਗਾ, ਪਰ ਕਿਹਾ ਜਾਂਦਾ ਹੈ ਕਿ ਜੋ ਬ੍ਰਹਮੰਡੇ ਸੋ ਪਿੰਡੇ ਜੋ ਖੋਜੇ ਸੋ ਪਾਏ। ਇਹਦਾ ਮਤ ਜਿਹੜਾ ਬਾਹਰ ਦਾ ਜਿਹੜਾ ਬ੍ਰਹਮੰਡ ਹੈ ਉਹੀ ਬ੍ਰਹਮੰਡ ਮੇਰੇ ਅੰਦਰ ਵੀ ਹੈ। ਅਗਰ ਉਹੀ ਬ੍ਰਹਮੰਡ ਮੇਰੇ ਅੰਦਰ ਵੀ ਹੈ ਤਾਂ ਮਤਲਬ ਉਹ ਵੀ ਮੇਰੇ ਅੰਦਰ ਹੈ because he is the universe। So what are we counted as? ਅਸੀਂ we are called the cosmic, the mini cosmic। ਇਹ ਬਾਹਰ ਦਾ ਜਿਹੜਾ ਹੈਗਾ this is the universe, the larger part, and we are the mini cosmic। ਹੁਣ ਇਸ mini cosmic ਇਸ ਸਰੀਰ ਦੇ ਅੰਦਰ ਉਹ ਆਪ ਬੈਠਾ that energy ਹੈ ਕਿਉਂਕਿ ਕਹਿੰਦੇ ਕਣ ਕਣ ਦੇ ਵਿੱਚ ਹੈਗਾ। Now please make your bullet points if you want। universe ਹੈ, life ਹੈ, ਕਣ ਕਣ ਦੇ ਵਿੱਚ ਹੈਗਾ ਹੈ, he is inside us। Now ਅਗਰ ਅਸੀਂ ਕਹਿੰਦੇ ਕਿ ਉਹ ਸਾਡੇ ਅੰਦਰ ਹੈ and energy ਹੈ, we have to understand ਕਿ ਪੂਰਾ world, ਪੂਰੀ universe energy and we are also energy। ਹੁਣ ਬੱਚੇ ਪੁੱਛ ਪੈਂਦੇ ਨੇ ਕਿ ਤੁਸੀਂ ਐਨਰਜੀ ਕਿੱਥੋਂ ਆਓਗੇ? ਅਸੀਂ ਤਾਂ ਤੁਹਾਨੂੰ ਦੇਖ ਸਕਦੇ। ਐਨਰਜੀ ਕੈਨ ਬੀ ਜਸਟ ਫੈਲਟ, ਇਟ ਕੈਨ ਬੀ ਐਕਸਪੀਰੀਅੰਸ। ਹਾਊ ਕੈਨ ਆਈ ਸੇ ਆਈ ਐਮ ਸੀਇੰਗ ਯੂ? ਸੋ ਸਾਇੰਸ ਕਮਸ ਇਨ ਹੀਅਰ ਵੇਅਰ ਇਟ ਸੇਜ਼ ਕਿ ਸਾਡਾ ਸਰੀਰ ਜਿਹੜਾ ਹੈ ਉਹ ਬਿਲੀਅਨਸ ਐਂਡ ਬਿਲੀਅਨਸ ਆਫ ਐਟਮਸ ਨਾਲ ਬਣਿਆ ਹੋਇਆ ਹੈ, ਬਿਲੀਅਨਸ ਆਫ ਸੈਲਸ
ਬਣੇ ਹੋਏ। ਇਹ ਬਿਲੀਅਨਸ ਆਫ ਸੈਲਸ ਜਿਹੜੇ ਹੈਗੇ ਨਾ are made out of atoms. And these atoms are made out of neutron, protons and electrons. ਇਹ ਤਿੰਨੋਂ ਚੀਜ਼ਾਂ are energy. That means ਅਗਰ ਸਾਡਾ ਇੱਕ cell is made of atom, neutron, proton and electron, the billions of cells are also made of the same thing. That means we are all energy. We are all energy. ਅਗਰ ਅਸੀਂ ਸਾਰੇ energy ਹੈਗੇ ਹਾਂ, it's very, very important to understand that we are energy. ਹਰ ਇੱਕ ਇਨਸਾਨ ਦਾ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਪੰਜਾਬੀ ਵਿੱਚ, ਇੰਗਲਿਸ਼ ਵਿੱਚ, ਹਿੰਦੀ ਵਿੱਚ। ਪਰ ਜਦੋਂ ਐਨਰਜੀ ਦੀ ਗੱਲ ਹੋਏਗੀ ਨਾ, the universe language is emotions. Thoughts and emotion is the language. That's how one universe talks to the another universe with the language of emotion. That is the communication. अगर ਅਸੀਂ ਸਾਰੇ energy ਹਾਂ, we are all energy, then how can we see each other? देखो, I'm taking you very deep because today we must drill this into us कि अगर से energy है तो how can we see? We are made out of 5 elements. 4 elements we all know: the fire, the water. The 5th element jera hega, which we call the space, or we call it the ether, E-T-H-E-R, ether, is a component, is a binding force. ਉਹਦਾ ਕੰਮ ਕੀ ਹੈ? अगर संसार में तुसी देखोगे कि there is a sea or the ocean and you see the beaches, कभी ये देखिए कि waves come and the waves go back, but कि वो beaches disappear हो जाते? No, they are in their own place and they are in the old place. इन्हां नूं जगह ते रखदा कौन हैगा? It is the ether. Galaxy, the whole galaxy, you will see कि कोई भी planet एक दूसरे नाल collide नहीं करदा. Why? Because it is the ether that keeps everyone in position. इसी तरीके नाल ਜਿਹੜਾ ਪੰਜਵਾਂ ਤੱਤ ਹੈ ਸਾਡੇ ਸਰੀਰ ਦੇ ਵਿੱਚ, ਸਾਡੇ ਬਿਲੀਅਨਸ ਆਫ ਸੈਲਸ ਹੈਗੇ, which are all atoms and they are all energy. ਉਹਨਾਂ ਦੀ ਬਾਈਂਡਿੰਗ ਫੋਰਸ ਜਿਹੜੀ ਹੈਗੀ, which binds the force, ਉਹ ਕੌਣ ਹੈਗਾ? ਉਹ ਹੈਗਾ ether. For example, I have billions of cells. ਅਗਰ ether ਨਾ ਹੋਵੇ ਨਾ ਤੇ ਮੇਰੇ ਸਾਰੇ cells will be flying in the sky. Physical body ਨਹੀਂ ਬਣੇਗੀ, but ether binds the body and makes it into a physical body which we can see. So the crux is this, that we are all energy. Agar we are all energy, तो इसका मतलब कि साडे अंदर we have a physical body. ये सारे नूं पता we have a physical body. Physical body दे अंदर we call it the first body. Inside the physical body we have a second body. The second body we call it the soul conscious, the oneness, मन तू ज्योत स्वरूप है, नाम, तीरथ, गुण, the laws of the universe, जो मर्जी नाम ले लो, बड़े नाम है उस one soul conscious दा सब दे अंदर वर्त रहा है. And the third body which you call is the consciousness, the मन. ये 3 bodies हैं जिस विच शरीर नजर आंदा है, but वो 2 अंदर दे जेरे शरीर वो नजर नहीं आंदे. They are all energies. So that means it's very important to understand both the energy that are inside us. Because ਜਦੋਂ the ਹੁਕਮ ਚੱਲਦਾ ਹੈ, how it works, do we have a chance or do we have a free will, do we have a choice, where our choice is going to be executed, ਇਹ ਸਾਰਾ ਚੀਜ਼ ਅਸੀਂ ਤਦ ਹੀ ਸਮਝ ਸਕਾਂਗੇ if I'll just bring it onto the board. That is why ਅਸੀਂ ਕਹਿੰਦੇ ਹਾਂ ਕਿ ਜਿਹੜਾ ਮਨ ਹੈਗਾ ਨਾ, ਉਹ ਬੈਂਕ ਹੈਗਾ, ਸਾਡਾ ਬੈਂਕ ਹੈ, ਔਰ ਉਹ ਬੈਂਕ ਵਿੱਚ ਨਾ ਸਾਰੇ ਸਾਡੇ ਥਾਟਸ ਐਂਡ ਇਮੋਸ਼ਨਸ ਆਦੇ, all the thoughts and emotions. ਇਹ ਜਿਤਨੇ ਵੀ ਥਾਟਸ ਐਂਡ ਇਮੋਸ਼ਨਸ ਸਾਡੇ ਹੈਗੇ, what are these thoughts and emotion doing? They ooze out of the body. कौन create करता है ये thoughts and emotion? We ourselves. ਅਸੀਂ ਆਪ ਕਰੇ. ਅੱਜ ਮੈਂ ਵਿੰਦਰੀ ਆਪਣੇ ਮਨ ਦੇ ਵਿੱਚ ਇਹ ਸਾਰੇ ਬੀਜ ਪਾ ਰਹੀ ਹਾਂ, ਕਿਹੜੇ? ਇਮੋਸ਼ਨਸ ਦੇ ਵੀ ਤੇ ਥਾਟਸ ਦੇ ਵੀ. Now these emotion and thoughts are all energy. ਇਸੇ ਨੂੰ ਅਸੀਂ ਕਹਿੰਦੇ ਹਾਂ ਕਿ ਇਹੀ ਬੀਜ ਹਨ, ਔਰ ਇਹੀ ਜਿਹੜੇ ਬੀਜ ਹੁੰਦੇ ਨੇ, ਜਾਂ ਤੇ ਪਾਪ ਹੈ ਜਾਂ ਤੇ ਪੁੰਨ ਹੈ. Very important to understand the man. This is the bank. ਹੁਣ ਜਦੋਂ ਸਾਨੂੰ ਇਹ ਪਤਾ ਲੱਗੇ ਕਿ ਇਹ ਬੀਜ ਸਾਡੇ ਅੰਦਰ ਹਨ, and they're all in form of energy, because everything is energy. Everything is energy. Now ਇਹ energy ਜਿਹੜੀ ਹੈਗੀ ਹੈ, ਉਹ ਇੱਕ ਜਗ੍ਹਾ ਨਹੀਂ ਬੈਠਦੀ. It keeps on oozing out of the physical body. Ooze out ਕਰਦੀ ਹੈਗੀ. Ooze out ਕਰਕੇ ਕੀ ਕਰਦੀ ਹੈ? ਜਦੋਂ ਬਾਹਰ ਨਿਕਲ, it is the mechanism of the body कि 24/7 साडे शरीर तो एक ऐसी ऊर्जा निकलती है, एनर्जीज आर बीइंग रिलीज्ड. केरी एनर्जी रिलीज हो रही है?
ਉਹੀ ਐਨਰਜੀ ਜੋ ਸਾਡੇ ਮਨ ਦੇ ਅੰਦਰ ਹੈ। ਹੁਣ ਤਕਰੀਬਨ ਤੁਸੀਂ ਦੇਖੋਗੇ ਕਿ ਸਾਡੇ ਮਨ ਦੇ ਅੰਦਰ ਕੋੜ ਹੀ ਕੋੜ ਹੈਗਾ। So when we are sleeping, eating, talking, इतना stress, इतना गंद, इतना रहता पिलाया है, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ooze out ਹੋ ਰਹੀਆਂ। ਜਦੋਂ ਇਹ ooze out ਹੋ ਰਹੀਆਂ ਤਾਂ what happened? The law of attraction starts, the law of compensation starts। ਅਸੀਂ ਇਹ ਸਾਰੇ laws ਕੀਤੇ ਹੋਏ। ਹੁਣ ਜਦੋਂ ਇਹ ooze out ਹੁੰਦਾ ਤਾਂ what we give, ਜੋ ਅਸੀਂ ਦਵਾਂਗੇ ਸਾਨੂੰ ਉਹੀ ਮਿਲੇਗਾ। That's the law of attraction। प्यार दोगे तो प्यार मिलेगा, नफरत दोगे तो नफरत मिलेगा, बिटरनेस दोगे तो बिटरनेस मिलेगा। जो तुसी दोगे तुहानू वही मिलेगा। इट्स अ फॉर्म ऑफ एनर्जी। हुण 24 आवर्स वर्क करी, असीं इसनू रोक नहीं सकते, ये चलता रहेगा। नाउ साडा काम हैगा कि असीं जिहड़ा मन दे बैंक हैगा ना, असीं इसनू बदलना है। वी वांट टू चेंज, बिकॉज जितने भी साडी नेगेटिव एनर्जी आ, यही साडा दुख हैगा। यही साडे शरीर नूं भी रोगी करदा है, रिश्ते नूं भी रोगी करदा है, एटमॉस्फेयर, एनवायरमेंट सब नूं रोगी करदा है। ये साडा अंदर दा जिहड़ा शरीर है। नाउ टू कम टू दैट पॉइंट वी हैव टू अंडरस्टैंड कि ਇਹ ਜਿਹੜਾ शरीर ਜਿਹੜਾ ਹੈਗਾ ਉਹ अगर ooze out करदा है तो हाउ डज इट ooze out? अगर ਅਸੀਂ चेंज करना तो ਅਸੀਂ किन चेंज करिए? Now this comes where we have to understand the hukam, we have to understand the law, we have to understand naam। नाम की है? नाम consists of three things: Rabbi Gun, the laws of the universe, and we call it the wisdom of the Gyan। ये तीन चीज़ों का बने हुए हैं। Now I will draw it to you on the thing that how it works and where the choice and where your free will is there. Now no, how do I go? Okay, can you see the whiteboard? Anji. Anji. You can see the whiteboard. Okay. Now, very hypothetically, I'm just talking to you कि तुसी ये सोचो कि ये तुहाडा जरा हैगा, this is the soul conscious। इत्थे जरा हैगा is your body, physical body। Physical body 5 element दा बने हुआ है, is made out of the 5 elements। सोल कॉन्शियस जिसनों ਅਸੀਂ oneness ਕਹਿੰਦੇ ਆ, ਨਾਮ ਕਹਿੰਦੇ ਹਾਂ, ਅਸੀਂ ਇਸ ਨੂੰ ਤੀਰਥ ਕਹਿੰਦੇ ਹਾਂ, ਅਸੀਂ ਇਸ ਨੂੰ many names we are given to this। what does it consist of? ਇਸ ਨਾਮ ਦੀ, ਇਸ oneness ਦੀ, ਇਸ soul conscious ਦੀ ਮਨ ਤੋਂ ਜੋ ਸਰੂਪ ਹੈ, ਇਸ ਦਾ ਹੋਂਦ ਕੀ, existence ਕੀ ਹੈ, ਨਾਮ ਕੀ ਹੈ? what does it consist of? It consists of 3 things। 3 things। now you will see 2 and 3। one is a guna da parpur hai। why I'm not able to write? a guna de naal bharya hoya hai। ਇਹ ਕਹੇਗਾ ਵੀ this is called the knowledge, the wisdom। this is the law। please don't play with the board। now ਇਹ 3 ਚੀਜ਼ਾਂ makes up this। ਇਹ ਚੀਜ਼ ਬਣਦੀ ਹੈ। these are all energy। let it be the law, let it be the good, let it be the knowledge। ਇਹ ਤਿੰਨੋਂ ਚੀਜ਼ਾਂ ਜਿਹੜੀਆਂ ਮਿਲ ਕੇ ਨਾ, all these 3 of them, they come together and they come to this physical body। please do not play with the board, please, is my humble request। ਇਹ body ਨੂੰ ਆਂਦੀ ਹੈ, ਇਸੇ ਨੂੰ ਅਸੀਂ ਕਹਿੰਦੇ ਨੇ ਡੋਰੀ ਹੱਥ तुम्हारी। ਇਹ ਜਿਹੜੀ ਡੋਰੀ ਹੈ ਨਾ, ਇਹ ਇਸ ਦੇ ਹੱਥ ਵਿੱਚ, it is in this hand। अगर there is direct coming to the body Rabbi Gun, the beautiful laws, and ਤੁਸੀਂ ਦੇਖੋਗੇ the knowledge, all are coming to this मन। ਇਹ body ਦੇ ਅੰਦਰ ਜਿਹੜਾ ਮਨ ਹੈਗਾ ਨਾ, ਇਹ body ਜਿਹੜਾ ਹੈਗਾ, ਇਹ body ਨੂੰ control ਕਰਦੀ ਹੈ। all the indriyas are all working। body, physical body हर कर्म करदा, जितने भी अच्छे कर्म मन करदा, because it directly it is coming from the soul conscious, it's coming from the naam, it's coming from that oneness। this is beautiful work done। but खेड किते खराब हुंदी है,
ਕਿਹਾ ਜਾਂਦਾ ਹੈ ਕਿ ਸਾਡੀ ਇਸੀ ਬੋਡੀ, ਦਿਸ ਵਾਸ ਦ ਫਰਸਟ ਬੋਡੀ, ਦਿਸ ਵਾਸ ਦ ਸੈਕੰਡ ਬੋਡੀ। ਕਰਪਸ਼ਨ ਕਿੱਥੇ ਹੋਈ? ਇਤਨਾ ਕੁਝ ਡਾਇਰੈਕਟ ਹੋਣ ਤੋਂ ਬਾਅਦ ਵੀ ਅਸੀਂ ਰੱਬ ਦਾ ਰੂਪ ਤੇ ਬਣੇ ਕੋਈ ਨਾ। ਵਿਰਾਸਤ ਵਿੱਚ ਸਾਨੂੰ ਕਿਤਨਾ ਕੁਝ ਮਿਲ ਗਿਆ, ਦਿਸ ਇਜ਼ ਮਾਈ ਆਈਡੈਂਟਿਟੀ, ਬਟ ਅਸੀਂ ਇਸ ਵਕਤ ਜੀਵਨ ਜੀਆ ਨਹੀਂ ਹੈ। ਕਿਉਂ? ਵਾਟ ਇਜ਼ ਦ ਰੀਜ਼ਨ? ਕਿਉਂਕਿ ਇਹਦੇ ਵਿਚਕਾਰ ਆ ਗਿਆ ਇੱਕ ਮਨ। This is called the consciousness in the four faculties, which we will not discuss now. ਇਹ ਜਿਹੜਾ ਮਨ ਹੈਗਾ, ਇਸ ਦੇ ਅੰਦਰ ਕੀ ਹੈਗਾ? It is a bank. ਔਰ ਇਹਦੇ ਅੰਦਰ ਕੀ ਹੈਗਾ? Thoughts and emotions. Now let us take that these are all negative. Okay? ਜਦੋਂ ਇਹ ਚੀਜ਼ ਤੋਂ ਪਾਸ ਕਰ ਰਹੀ ਹੈ, ਇੱਥੇ ਆ ਕੇ there is a blockage. ਇਹ ਮਨ ਜਿਹੜਾ ਹੈ, ਇਹ ਮਨਮੁਖੀ ਹੋ ਗਏ, ਗੁਰੂ ਦੀ ਤਰਫ ਮੁਖ ਹੈ ਹੀ ਨਹੀਂ। ਉਹ ਆਪਣੀਆਂ ਮਨਮਰਜ਼ੀ, ਆਪਣੇ ਹੰਕਾਰ, ਹਮੇ ਹਉਮੈ ਵਿੱਚ ਹੀ ਨੱਚਦਾ ਹੈ। That is what we usually do, because we are not in the soul conscious, we are always in the body conscious. So what happens, ਇਹ ਜਿਹੜਾ ਮਨ ਹੈਗਾ, ਇੱਥੇ ਆ ਕੇ ਇਹ ਐਨਰਜੀ ਜਿਹੜੀ ਆ ਰਹੀ ਹੈ ਕਿ this gets blocked over here. ਉਹ ਕਹਿੰਦੇ ਠੀਕ ਹੈ, ਹੁਣ ਤੂੰ ਆਪਣੀ ਮਨਮਤੀ ਸ਼ੁਰੂ ਕੀਤੀ ਤਾਂ ਚਲੋ, but one thing remember ਕਿ ਜਿਹੜਾ ਇਹ law ਹੈ, ਇਹ ਡੋਰੀ ਹਿੱਲੇਗੀ ਨਹੀਂ, ਇਹ ਡੋਰੀ ਨਹੀਂ ਹਿੱਲੇਗੀ। Very important to understand. ਹੁਣ ਇਸ ਡੋਰੀ ਦੇ ਨਾਲ ਇਹ ਚਲਦੀਆਂ ਪਈਆਂ ਸਨ, ਹੁਣ ਇਹ ਹੋ ਗਿਆ ਬੰਦ, ਗੁਣ ਵੀ ਬੰਦ, ਨੌਲੇਜ ਵੀ ਬੰਦ, ਸਭ ਕੁਝ। ਅਸੀਂ ਕਰਮ ਕਾਂਡਾਂ ਦੇ ਵਿੱਚ ਪੈ ਗਏ, ਆਲ ਇਲੂਜ਼ਨਸ, ਡਿਸਯੂਜ਼ਨ, ਭਰਮ ਭੁਲੇਖਿਆਂ ਵਿੱਚ ਪੈ ਗਈਆਂ, ਆਪਣੀ ਮਨ ਦੀ ਗੱਲ ਸੁਣਨੀ। ਸੋ ਵਾਟ ਹੈਪਨਸ ਕਿ ਇਹ ਮਨ ਜਿਹੜਾ ਕਰਪਟਡ ਹੋ ਚੁੱਕਾ ਹੈਗਾ, ਇਹਦੇ ਅੰਦਰ all type of thought process, all type of emotions, ਸਭ ਕੁਝ force ਹੈ। This is the force of the energy. It starts climbing onto this road, ਇਸ ਡੋਰੀ ਦੇ ਉੱਪਰ। ਹੁਣ ਇਹ ਕਹਿੰਦਾ ਹੈ, ਹੁਣ ਤੇਰੀ ਮਨਮਤੀ ਚੱਲੀ ਹੈ ਨਾ, ਹੁਣ ਠੀਕ ਹੈ, ਡੋਰੀ ਤੇ ਮੇਰੇ ਹੱਥ ਵਿੱਚ ਹੀ ਹੈ, ਹੁਕਮ ਤੇ ਮੇਰੇ ਹੱਥ ਵਿੱਚ ਹੀ ਹੈ, ਹੁਕਮ ਤੇ ਮੈਂ ਹੀ ਚਲਾ ਰਿਹਾ, ਹੁਕਮੀ। We cannot separate the hukmi and the hukam. We cannot separate it. But ਹੁਕਮ ਕਹਿੰਦਾ ਕਿ ਠੀਕ ਹੈ, ਹੁਣ ਤੂੰ ਆਪਣੀ ਮਨਮਤੀ ਸ਼ੁਰੂ ਕੀਤੀ, and you have gone and climbed onto it. ਹੁਣ ਤੇਰਾ ਹੀ ਕੰਮ ਚੱਲੇਗਾ, ਜੋ ਤੂੰ ਕਹੇਗਾ ਹੁਣ ਉਹ ਚੱਲੇਗਾ, ਮੇਰਾ ਤੇ ਤੂੰ ਬੰਦ, ਆਈ ਚੁੱਪ, ਪਰ ਹੁਕਮ ਚੱਲਦਾ ਰਹੇਗਾ। ਹੁਣ ਹੁਕਮ ਸੇਜ਼ ਕਿ ਅਗਰ ਤੂੰ ਗਲਤ ਕਰਮ ਕਰੇਗਾ, ਅਗਰ ਤੂੰ ਕਿਸੇ ਨੂੰ ਦੋਸ਼ ਦੇਗਾ, ਤੂੰ ਆਪਣੇ ਆਪ ਨੂੰ ਨਹੀਂ ਸਵਾਰੇਗਾ ਔਰ ਤੂੰ ਖੇਡੇਗਾ ਆਪਣੇ ਨੈਗੇਟਿਵ ਇਮੋਸ਼ਨ ਦੇ ਵਿੱਚ, ਫਿਰ ਦੁੱਖ ਹੀ ਦੁੱਖ ਹੈ। ਤੂੰ ਰੋਗੀ ਹੋ ਜਾਏਗਾ, ਤੇਰਾ ਮਨ ਰੋਗੀ ਹੋ ਜਾਏਗਾ, ਤੇਰਾ ਸਰੀਰ ਰੋਗੀ ਹੋ ਜਾਏਗਾ, ਤੇਰੇ ਰਿਸ਼ਤੇ ਰੋਗੀ ਹੋ ਜਾਏ, ਐਵਰੀਥਿੰਗ ਬਿਕਮ ਰੋਗੀ। ਬਾਣੀ ਕਹਿੰਦੀ ਹੈ, ਬਟ ਮਨ ਨਹੀਂ ਮੰਨਦਾ। ਮਨ ਕਹਿੰਦਾ ਨਹੀਂ ਜੀ, ਮੈਂ ਤੇ ਬਹੁਤ ਸਿਆਣਾ ਵਾਂ, I can do everything, because he has no knowledge of the soul conscious. ਗੁਰੂ ਦੇ ਮੂੰਹ ਅਸੀਂ ਕਹਿੰਦੇ ਨਾ, you are given a back to the guru, the knowledge. Now ਜਦੋਂ ਇਹਦੇ ਉੱਪਰ ਚੱਲ ਪੈਂਦਾ ਹੈ, ਤਾਂ we are giving all negative forces, ਇੱਥੋਂ ਸਾਰੇ ਸਾਡੇ negative ਆ ਰਹੇ, all are negative thoughts also and emotions. Body ਨੂੰ ਦੇ ਰਹੇ, and now the body is going to work according to them, is working according to them. Now when it is working according to them, ਇਸ ਤਰੀਕੇ ਨਾਲ ਚੱਲਦੇ, ਜਿਹੜਾ ਇਹ ਹੁਕਮ ਹੈ ਨਾ, ਇਹਦਾ ਜਿਹੜਾ ਹੁਕਮ, ਇਹ ਹੁਕਮ ਕਹਿੰਦਾ ਜੋ ਤੂੰ ਬੀਜੇਗਾ ਤੈਨੂੰ ਉਹੀ ਮਿਲੇਗਾ। ਅਗਰ ਅੱਜ ਤੂੰ ਨੈਗੇਟਿਵ ਹੀ ਕੀਤਾ ਹੈ ਤੇ ਤੇਰਾ ਸਰੀਰ ਨੈਗੇਟਿਵ ਕਰੇਗਾ, ਤਾਂ ਤੇਰਾ ਫੋਰਸ ਇੱਥੋਂ ਆਏਗਾ, will be negative, because this is the law of the universe. It is a law of attraction, the law of compensation, the law of correspondence, the law of the seed and the fruit. It is a law of the cause and the effect. ਇਹ ਸਾਰੇ laws ਚੱਲਣਗੇ। ਤੂੰ ਨੈਗੇਟਿਵ ਹੋਇਆ ਤੇ ਨੈਗੇਟਿਵ ਹੀ ਆਏਗਾ। ਨਾ ਅਸੀਂ ਕਹਿੰਦੇ ਆ ਕਿ ਅਸੀਂ ਗੁਰਦੁਆਰੇ ਤੇ ਢੇਰਿਆਂ ਦੇ ਵਿੱਚ ਤੇ ਨੰਬਰਿੰਗ ਦੇ ਵਿੱਚ ਤੇ ਗੁਰਦੁਆਰਿਆਂ ਦੇ ਖਾਲੀ ਕਹਿੰਦੇ ਨਾ, ਨੰਗੀ ਪੈਰੀ ਜਾਣਾ ਤੇ ਗਿਣਤੀਆਂ ਮਿਣਤੀਆਂ ਤੇ ਚੱਲੀਏ, ਸਭ ਚੁੱਕਦੀਆਂ ਕਿ ਬਈ ਮੈਨੂੰ ਸੁੱਖ ਮਿਲਿਆ, ਮੈਨੂੰ ਸੁੱਖ ਚਾਹੀਦਾ, ਮੈਨੂੰ ਇਹ ਚਾਹੀਦਾ, ਮੈਨੂੰ ਉਹ ਚਾਹੀਦਾ, ਐਵਰੀਥਿੰਗ ਬਿਕੋਜ਼ ਉਹ ਕਹਿੰਦੇ ਮੇਰਾ ਲਾਅ ਨਹੀਂ ਬਦਲੇਗਾ। I am not going to give you anything. You have to make an effort and you have to do it. अच्छा करेंगे तो अच्छा मिलेगा, बुरा करेंगे तो बुरा मिलेगा, एफर्ट करेंगे तो रिजल्ट मिलेगा। पढ़ो नहीं ਤੇ ਅਸੀਂ ਗੁਰਦੁਆਰਿਆਂ ਤੇ ਵੀ ਜਾ ਕੇ ਤੇ ਅਰਦਾਸਾਂ ਕਰਕੇ ਤੇ ਪੈਨ ਰੱਖ ਕੇ ਆ ਕੇ ਜਾਈਏ, not possible। ਉਹ ਕਹਿੰਦੇ ਸੌਰੀ, ਇਹ ਨਹੀਂ ਕੰਮ ਚੱਲੇਗਾ। You have to make an effort. Effort ਕਰੋਗੇ ਤਾਂ ਰਿਜ਼ਲਟ ਜ਼ਰੂਰ ਮਿਲੇਗਾ। No capsules for you. ਮੇਰਾ law ਚੱਲੇਗਾ ਔਰ ਇਹ law ਬਦਲੇਗਾ ਨਹੀਂ। ਤੇ ਬਾਣੀ ਕਹਿੰਦੀ ਨਾ ਕਿ ਬੀਜੇ ਬਿਖ
ਤੇ ਮੰਗੇ ਅੰਮ੍ਰਿਤ, ਅੰਮ੍ਰਿਤ ਤੈਨੂੰ ਕਿੰਜ ਮਿਲੇਗਾ? ਇਹ ਕੈਸਾ ਨਿਆਂ? ਇਹ ਨਿਆਂ ਹੈ ਹੀ ਨਹੀਂ ਹੈ। ਤੂੰ ਬੀਜੇਗਾ ਬਿਕ ਤੇ ਤੈਨੂੰ ਬਿਕ ਹੀ ਮਿਲੇਗਾ। ਤੂੰ ਬੀਜੇਗਾ ਅੰਮ੍ਰਿਤ, ਤੈਨੂੰ ਅੰਮ੍ਰਿਤ ਹੀ ਮਿਲੇਗਾ। ਤੂੰ ਜੋ ਵੀ ਇੱਥੇ ਬੀਜੇਗਾ ਤੁਹਾਨੂੰ ਉਹੀ ਚੀਜ਼ ਥਰੂ ਮਿਲੇਗਾ। ਇਹ ਇੱਕ ਲਾਅ ਹੈ। ਹੁਣ ਬਾਣੀ ਪੜ੍ਹਦੇ ਹਾਂ, ਸਮਝਦੇ ਹਾਂ, ਅੰਡਰਸਟੈਂਡ ਕਰਦੇ ਹਾਂ, ਡੀਕੋਡ ਕਰਦੇ ਹਾਂ, ਪਤਾ ਵੀ ਲੱਗ ਗਿਆ ਕਿ ਭਾਈ ਇਹ ਕੰਮ ਕਰੋਗੇ ਤੇ ਗਲਤ ਹੋ ਜਾਏਗਾ, ਇਹ ਕੰਮ ਕਰੋਗੇ ਤੇ ਸੁਖੀ ਸੁਖੀ। ਹੁਣ I have a choice, I have a free will, that do you want to walk on the path of truthful living, or do you want to walk on the opposite side? Do you want to walk on which side? There's a choice. ਅਗਰ ਉਹ ਕਵੇ ਕਿ ਨਹੀਂ ਜੀ ਹਾਲੀ ਮੇਰੇ ਕੋਲ ਬੜਾ ਟਾਈਮ ਹੈਗਾ, ਇਹ ਤੇ ਖਾਲੀ ਕਹਿਣ ਦੀਆਂ ਗੱਲਾਂ ਹੈਗੀਆਂ, ਜਿਸ ਨਾਲ ਬੀਤੇ ਸੋਈ ਜਾਣੇ, ਕੌਣ ਜਾਣੇ ਪੀਰ ਪਰਾਇਆ, get into the whereas you, then you'll come to know where the pain, ਬੜੀਆਂ ਕੁਝ ਐਕਸਕਿਊਜ਼ਸ ਹੋਣਗੀਆਂ। So what we say ਕਿ ਅਗਰ ਅਸੀਂ ਇਹ ਦਲੀਲਾਂ ਦੇ ਕੇ ਔਰ ਅਸੀਂ ਚਲਦੇ ਰਹੀਏ, so that means we have chosen not to take the truthful living part, ਤਾਂ ਸਾਨੂੰ ਫਿਰ ਤੇ ਦੁੱਖ ਹੀ ਦੁੱਖ ਆਏਗਾ ਇੱਥੋਂ, ਕਿਉਂਕਿ ਅਸੀਂ ਇੱਥੋਂ ਗਲਤ ਦੇ ਰਹੇ ਹਾਂ, ਐਨਰਜੀ ਗਲਤ ਦੇ ਰਹੇ ਹਾਂ। ਬਟ ਅਗਰ ਮੈਨੂੰ ਇਸ ਚੀਜ਼ ਦੀ ਸੋਝੀ ਆ ਜਾਂਦੀ ਹੈ, and I remove this and let this flow, I transmute, मैं इस चीज ਨੂੰ transmute ਕਰ ਦਿੰਦੀ ਹਾਂ, I transmute it, मैं evolution ਵਿੱਚ ਚਲੀ ਜਾਂਦੀ ਹਾਂ। I finish off my emotions, negative emotions, my negative thoughts, मैं ਗੁਰੂ ਦੀ ਗੱਲ ਨੂੰ ਸਮਝ ਕੇ ਮੈਂ ਪੂਰੀ ਤਰ੍ਹਾਂ ਮਨ ਭਿੱਜ ਜਾਂਦਾ ਹੈ। ਤਾਂ what happened, ਹੁਣ ਇਹ ਜਿਹੜੀ ਰੱਸੀ ਬਣੀ ਹੋਈ ਸੀ ਨਾ, ਇਹ ਜਿਹੜੇ ਹੁਕਮ ਦਾ, ਇਸ ਉੱਪਰ ਕੌਣ ਚੜ ਪਿਆ? Those good thoughts, the good thoughts, the good emotions and the thoughts, ਇਹ ਚੜ ਗਿਆ ਇਸ ਦੇ ਉੱਪਰ। ਜਦੋਂ ਇਹ ਇਸ ਦੇ ਉੱਪਰ ਚੜ ਗਿਆ ਤੇ ਹੁਣ you can see how inlined ਹੋ ਗਿਆ ਸਾਰਾ, ਕਿਉਂਕਿ ਮਨ ਨੇ ਚੋਇਸ ਲੈ ਲਿੱਤੀ, ਫ੍ਰੀ ਵਿਲ ਯੂਜ਼ ਕੀਤਾ ਕਿ ਭਾਈ ਬਹੁਤ ਹੋ ਗਿਆ, ਬਹੁਤ ਦੁੱਖ ਪਾ ਲਿੱਤਾ, ਇਸ ਕਰਕੇ I want to take that. So what happened, ਜਿਤਨਾ ਵੀ ਉਹ ਮਤ ਲੈਂਦਾ, ਜਿਤਨੇ ਵੀ ਗੁਣ ਲੈਂਦਾ, ਜਿਤਨੇ ਵੀ ਉਹਦੇ ਲਾਜ਼ ਨੂੰ ਸਮਝਦਾ, ਉਹ ਸਮਝ ਕੇ ਜਦੋਂ ਇਸ ਡੋਰੀ ਦੇ ਉੱਪਰ ਚੱਲ ਜਾਂਦਾ, ਡੋਰੀ ਤੇ ਉਸੇ ਦੇ ਹੱਥ ਵਿੱਚ ਹੈਗਾ, ਹੁਕਮ ਦੀ ਡੋਰੀ ਉਸਦੇ ਹੱਥ ਵਿੱਚ 24/7। ਹੁਣ ਕੀ ਚੜ ਗਿਆ? all the good thoughts and the emotions, ਜਦੋਂ ਇਹ ਚੜ ਜਾਏਗਾ, ਸਰੀਰ ਅੱਛਾ ਕਰੇਗਾ, results are going to be excellent, but it depends on your choice. Do you want it or you do not want to? but usually ਅਸੀਂ ਲੋਕ ਇੱਕ ਉਸਦੇ ਉੱਪਰ ਸੁੱਟਦੇ, lot of excuses we have because we do not understand the law of the universe. ਅਸੀਂ ਹਮੇਸ਼ਾ ਹੀ ਦੋਸ਼ ਦਿੰਦੇ ਰਹਿ ਜਾਂਦੇ ਹਾਂ, ਅਸੀਂ ਕਦੀ ਰਿਸਪੌਂਸਿਬਿਲਿਟੀ ਨਹੀਂ ਲੈਂਦੇ। ਅਸੀਂ ਕਦੀ ਨਹੀਂ ਇਹ ਸੋਚਿਆ ਕਿ ਮੇਰੇ ਮਨ ਦੇ ਅੰਦਰ ਇਤਨਾ ਕੂੜ ਕਚੜਾ ਪਿਆ ਹੋਇਆ ਵੇ, ਇਹ ਤੇ ਖਾਲੀ ਉਸੇ ਨੂੰ ਤਾਂ ਅਟਰੈਕਟ ਕਰਦਾ ਹੈ। The universe says, outside my body, the universe tells me, I am doing nothing, Vindri, I am just responding to you. Responding to me how? ਜੋ ਤੇਰਾ ਕੂੜਾ ਕਚੜਾ ਅੰਦਰ ਇਕੱਠਾ ਕੀਤਾ ਨਾ, I am just responding to it, because that is the law. So where is my free will going to be executed? On my man. I'm going to have a choice that no, I will not, I'm in lot of pain, I want to eradicate, I want to evolve, I want to transmute. So मैं की करूंगी, मैं automatically गुरु दी गल नू लवांगी, I will take, मैं इस तीर्थां ते जाके इशनान भी करांगी, यही मेरा तीर्थ है, यही मेरा नाम है, यही मेरी आइडेंटिटी है, यही वननेस है, ਇਹ ਗੁਣਾਂ ਨਾਲ ਭਰਿਆ ਹੋਇਆ ਹੈਗਾ, ਦਿਸ ਇਜ਼ ਦ ਨੌਲੇਜ, ਦਿਸ ਇਜ਼ ਦ ਲਾਅ। ਇਹ ਸਾਰੀਆਂ ਚੀਜ਼ਾਂ ਜਦੋਂ ਮੈਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ, ਇਹ ਬੈਰੀਅਰ ਖਤਮ ਹੋ ਗਿਆ, ਐਂਡ ਦੈਨ ਦਿਸ ਗੋਜ਼ ਇਨ ਲਾਈਨਡ ਐਂਡ ਸਲੋਲੀ ਇੱਕ ਮਿਤ ਹੋ ਜਾਏਗੀ। ਬਟ ਆਈ ਹੈਵ ਅ ਚੋਇਸ, ਆਈ ਹੈਵ ਅ ਫ੍ਰੀ ਵਿਲ। ਯੂ ਵਾਂਟ ਇਟ to live like a king, that is your free will, that is your choice. You want to live like a rotten vegetable, that is your free will, ਉਹੀ ਤੁਹਾਡੀ ਚੋਇਸ ਹੈ। ਕਿਸੇ ਦੇ ਮੱਥੇ ਨਾ ਮਣੋ। ਅਸੀਂ ਕਦੇ ਰੱਬ ਨੂੰ ਕਹਿ ਦਿੰਦੇ ਹਾਂ, ਕਦੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ, ਬਿਕੋਜ਼ ਆਫ them we got this, because of that ਅਸੀਂ ਟੋਟਲੀ ਅਸੀਂ ਬਲੇਮ ਗੇਮ ਵਿੱਚ ਚਲੇ ਜਾਂਦੇ ਹਾਂ। This is where we don't want that we should go into the blame game. Now, if you want to, please go back into the recording and see. जितना मनु समझ आया, I have just showed it to you. I've showed it to you. Now, how do I just put off this? I don't know how to put off this.
बंद करना है भुआ जी तुसी? हाँ जी, आई वांट टू क्लोज इट, हाउ डू आई क्लोज इट? मैं शेयरिंग करने तो बंद हो जाएगा शायद। शायद। अच्छा, पर रेड क्रॉस है ना, उन्हों कर दो, खाली रेड क्रॉस दिख रहा है ना। ओके, that I leave the meeting then? नो नो। No. यस। हाँ जी भुआ जी। हाँ जी, so now जितनी मनु समझती, I could make you understand that कि साढ़े को free will भी है, we have a choice. Want to live like a king? We have a choice. You want to live like a rotten vegetable? That's also your free will and your choice. But ਤੁਹਾਨੂੰ 100% ਇਹ ਸਮਝਣਾ ਪਏਗਾ ਕਿ what is ਹੁਕਮ। ਉਹ ਰੱਬ ਉੱਪਰ ਨਹੀਂ ਬੈਠਾ, ਨਾ ਡੋਰੀ ਨਾ ਸਾਨੂੰ ਨਚਾਉਂਦਾ ਪਿਆ, how we see in films, no, nothing, everything is ਕਰ ਦੇ ਵਿੱਚ ਹੈਗਾ। ਤੋ ਇਹ ਛੋੜ ਦੋ, ਉਹ ਨਚਾਏਗਾ ਤਾਂ ਅਸੀਂ ਨੱਚਾਂਗੇ। ਉਹ ਸਾਨੂੰ ਮਾਰ ਦਿੱਤਾ, ਉਸਨੇ ਸਾਨੂੰ ਦੁੱਖ, ਕਿਸੇ ਨੇ ਕੁਝ ਨਹੀਂ ਦਿੱਤਾ। You are the cause of your own sufferings. You are the cause of your own happiness. So please do not blame anyone. How much I could understood, I've told. I'm not imposing. It's your free will. If you want to take it, fine. No, otherwise just let go. Thank you, Ravindran ji. You can just carry on. थैंक यू भुआ जी, यू हैव डन अ ग्रेट जॉब टुडे ਐਂਡ ਬਹੁਤ ਹੀ ਭੁਲੇਖੇ ਸਾਡੇ ਕੱਢੇ ਨੇ ਤੁਸਾਂ ਨੇ। ਹੁਣ ਅਸੀਂ ਚਾਹਾਂਗੇ ਕਿ ਅਸੀਂ ਥੋੜਾ ਜਿਹਾ ਗੁਰਬਾਣੀ ਦੀ ਪੰਕਤੀ ਲੈ ਕੇ ਇਸ ਨੂੰ ਥੋੜਾ ਜਿਹਾ ਹੋਰ ਉਹ ਕਰੀਏ, ਤੇ ਮੈਂ ਬੁਲਾਵਾਂਗੀ ਡਾਕਟਰ ਗੁਰਮੀਤ ਜੀ ਨੂੰ। ਹਾਂਜੀ ਗੁਰਮੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਭੂਆ ਜੀ ਨੇ ਬਹੁਤ ਬੜੇ ਵਿਸਤਾਰ ਨਾਲ ਅੱਜ ਹੁਕਮ ਦੇ ਕਨਸੈਪਟ ਬਾਰੇ ਸਮਝਾਇਆ ਹੈ। ਹੁਣ ਅਸੀਂ ਇਸ ਨੂੰ ਪੰਕਤੀ ਰਾਹੀਂ ਸਮਝਣ ਦਾ ਯਤਨ ਕਰਾਂਗੇ। ਗੁਰਮਤਿ ਸੱਚ ਸਲਾਣਾ, ਜਿਸ ਦਾ ਅੰਤ ਨ ਪਾਰਾਵਾਰ, ਘਟ ਘਟ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ। ਹੁਣ ਅਸੀਂ ਇਸ ਦੀ ਪਹਿਲੀ ਪੰਕਤੀ ਲੈ ਕੇ ਸਮਝਾਂਗੇ। ਗੁਰਮਤਿ ਤੋਂ ਭਾਵ ਹੈ ਸੱਚ ਦਾ ਗਿਆਨ, ਗੁਰੂ ਦੀ ਮਤ, ਰੱਬੀ ਗੁਣ। ਉਹ ਰੱਬੀ ਗੁਣ ਸੱਚ ਨੇ, ਸੱਚ ਤੋਂ ਭਾਵ ਹੈ ਅਟਲ ਨੇ, ਜੋ ਕਿ ਬਦਲੇ ਨਹੀਂ ਜਾ ਸਕਦੇ। ਸਲਾਹਣ ਯੋਗ ਨੇ, ਭਾਵ ਉਹਨਾਂ ਦੀ ਆਲਵੇਜ਼ ਅਸੀਂ ਪ੍ਰੇਜ਼ ਕਰਦੇ ਹਾਂ। ਸਲਾਹਣ ਯੋਗ ਨੇ ਉਸ ਸੱਚ ਦਾ ਗਿਆਨ, ਜਦੋਂ ਗੁਰਮਤ ਅਨੁਸਾਰ ਅਸੀਂ ਰੱਬੀ ਗੁਣਾਂ ਨੂੰ ਹੁਕਮ ਤੇ ਨਿਯਮ ਅਨੁਸਾਰ ਚੱਲਦੇ ਹਾਂ, ਉਸ ਦਾ ਅਸੀਂ ਅੰਤ ਨਹੀਂ ਪਾ ਸਕਦੇ। ਕਿਉਂ? ਕਿਉਂਕਿ ਉਹ ਬੇਅੰਤ ਨੇ, ਕਾਊਂਟਲੈਸ ਨੇ, ਉਹਨਾਂ ਦੀ ਗਿਣਤੀ ਕੋਈ ਗਿਣਤੀ ਨਹੀਂ ਹੈ। ਜਿਵੇਂ ਕਿ ਗੁਰਬਾਣੀ 'ਚ ਲਿਖਿਆ ਹੈ, ਗੁਰਸਾਗਰ ਰਤਨੀ ਭਰਪੂਰੇ, ਇੰਨੇ ਨੇ ਕਿ ਉਹਨਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ। ਭਰਪੂਰ ਹੈਗੇ ਨੇ, ਬੇਅੰਤ ਨੇ, ਰਤਨ ਜਿਹੜੇ ਨੇ ਬਹੁਤ ਜ਼ਿਆਦਾ ਨੇ। ਨੈਕਸਟ ਲਾਈਨ ਪੰਕਤੀ ਹੈ ਸਾਡੀ, ਘਟ ਘਟ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ। ਘਟ ਘਟ ਤੋਂ ਭਾਵ ਹੈ ਸਾਡੇ ਸਰੀਰ ਦੇ ਅੰਦਰ ਹੁਕਮ ਵਰਤ ਰਿਹਾ ਹੈ। ਹੁਣ ਜਿਹਾ ਜਿਹਾ ਅਸੀਂ ਕਰਮ ਕਰਾਂਗੇ, ਉਸੇ ਕਰਮ ਅਨੁਸਾਰ ਸਾਨੂੰ ਫਲ ਮਿਲੇਗਾ। ਕਿਉਂਕਿ ਵਿਵੇਕ ਬੁੱਧੀ, ਡਿਵਾਈਨ ਵਿਜ਼ਡਮ, ਜਿਵੇਂ ਭੂਆ ਜੀ ਨੇ ਸਾਨੂੰ ਦੱਸਿਆ, ਸੋਲ ਕੌਨਸ਼ੀਅਸ ਸਾਡੇ ਅੰਦਰ ਹੀ ਹੈ। ਉਸ ਜੋ ਵੀ ਅਸੀਂ ਕਰਮ ਕਰਦੇ ਹਾਂ, ਜਿਸ ਤਰ੍ਹਾਂ ਦੇ ਵਿਚਾਰ, ਜਿਸ ਤਰ੍ਹਾਂ ਦਾ ਭਾਵ ਰੱਖ ਕੇ ਅਸੀਂ ਕਰਦੇ ਹਾਂ, ਉਸ ਦੇ ਅਨੁਸਾਰ ਹੀ ਉਸ ਦਾ ਸਾਨੂੰ ਰਿਜ਼ਲਟ ਮਿਲਦਾ ਹੈ। ਜਾਂ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ, ਜਿਹਾ ਬੀਜੈ ਸੋ ਲੂਣੇ, ਕਰਮਾ ਸੰਧੜਾ ਖੇਤ। ਜੋ ਕੁਝ ਮਨੁੱਖ ਇਸ ਸਰੀਰ ਰੂਪੀ ਧਰਤੀ ਤੇ ਬੀਜ ਰਿਹਾ ਹੈ, ਉਹੀ ਫਲ ਉਹ ਵੱਢੇਗਾ। ਉਸ ਤਰ੍ਹਾਂ ਦਾ ਹੀ ਉਸਨੂੰ ਫਲ ਦੀ ਪ੍ਰਾਪਤੀ ਹੋਏਗੀ। ਭਾਵ ਜਿਹੇ ਕਰਮ ਕਰੇਗਾ, ਤੇਹਾ ਫਲ ਉਸਨੂੰ ਪ੍ਰਾਪਤ ਹੋਏਗਾ। ਐਗਜ਼ਾਮਪਲ ਰਾਹੀਂ, ਇੱਕ ਨਿੱਕੇ ਜਿਹੇ ਐਗਜ਼ਾਮਪਲ ਰਾਹੀਂ ਅਸੀਂ ਸਮਝਾਂਗੇ। ਸਪੋਜ਼ ਮੇਰਾ ਐਂਟਰੈਂਸ ਹੈ,
ਔਰ ਮੈਂ ਐਂਟਰੈਂਸ ਵਿੱਚ ਵਿਦਆਊਟ ਪ੍ਰਿਪਰੇਸ਼ਨ ਚਲੀ ਜਾਵਾਂ, ਕੋਈ ਤਿਆਰੀ ਨਾ ਕਰਾਂ, ਕੋਈ ਐਫਰਟਸ ਹੀ ਨਾ ਪੁੱਟ ਕਰਾਂ, ਕਿ ਮੈਨੂੰ ਰਿਜ਼ਲਟ ਉਹਦਾ ਪੋਜ਼ਿਟਿਵ ਮਿਲੇਗਾ ਕਿ ਨੈਗੇਟਿਵ? ਉਹਦਾ ਰਿਜ਼ਲਟ ਮੈਨੂੰ ਆਬਵੀਅਸਲੀ ਨੈਗੇਟਿਵ ਮਿਲੇਗਾ, ਮੈਂ ਫੇਲ ਹੋ ਜਾਵਾਂਗੀ। ਲੇਕਿਨ ਜਦੋਂ ਮੈਂ ਉਹਦੇ ਵਿੱਚ ਐਫਰਟਸ ਪੁੱਟ ਕਰਾਂਗੀ, ਮਿਹਨਤ ਕਰਾਂਗੀ, ਸਮਝਾਂਗੀ, ਆਪਣੇ ਸਾਰੇ ਸਬਜੈਕਟਸ ਨੂੰ ਕਲੀਅਰ ਆਊਟ ਕਰਾਂਗੀ, ਗੋ ਥਰੂ ਕਰਾਂਗੀ, ਤਾਂ ਮੇਰਾ ਐਂਟਰੈਂਸ ਕਲੀਅਰ ਹੋ ਜਾਏਗਾ ਤੇ ਮੈਂ ਪਾਸ ਹੋ ਜਾਵਾਂਗੀ। ਇਸੇ ਇਸ ਗੱਲ ਤੋਂ ਇਹ ਨਹੀਂ ਕਿ ਅਸੀਂ ਕਵਾਂਗੇ ਕਿ ਹੁਕਮ ਹੋਇਆ, ਉਹਦੇ ਹੁਕਮ ਕਰਕੇ ਅਸੀਂ ਫੇਲ ਹੋ ਗਏ ਆ। ਅਸੀਂ ਏਦਾਂ ਹੀ ਕਹਿ ਦਿੰਦੇ ਨਾ, ਉਹ ਤਾਂ ਰੱਬ ਦੀ ਗਲਤੀ ਹੈ, ਮੈਂ ਤਾਂ ਆਪਣਾ ਕੀਤਾ ਸੀ, ਮੈਂ ਤਾਂ ਐਂਟਰੈਂਸ ਦਿੱਤਾ ਹੈ ਨਾ, ਲੇਕਿਨ ਮੈਂ ਪਾਸ ਨਹੀਂ ਹੋਈ, ਉਹ ਤਾਂ ਰੱਬ ਦੀ ਗਲਤੀ ਹੈ, ਹੁਕਮ ਇਸ ਤਰ੍ਹਾਂ ਹੀ ਸੀਗਾ। ਨਹੀਂ, ਉਹ ਇਸ ਤਰ੍ਹਾਂ ਨਹੀਂ ਸੀ, ਕਿਉਂਕਿ ਅਸੀਂ ਆਪਣਾ ਐਫਰਟਸ ਹੀ ਨਹੀਂ ਪੁੱਟ ਕੀਤਾ, ਕਰਮ ਹੀ ਨਹੀਂ ਕੀਤਾ। ਕੋਈ ਕਰਮ ਹੀ ਨਹੀਂ ਕੀਤਾ, ਨਾ ਕੋਈ ਮਿਹਨਤ ਕੀਤੀ, ਨਾ ਪੜ੍ਹੇ, ਨਾ ਟਾਈਮ ਦਿੱਤਾ, ਤੇ ਤਾਂ ਕਰਕੇ ਅਸੀਂ ਫੇਲ ਹੋਏ ਆ। ਇਸ ਕਰਕੇ ਜਿਹੋ ਜਿਹਾ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਸਾਨੂੰ ਉਸ ਦਾ ਫਲ ਮਿਲੇਗਾ। ਇਸ ਕਰਕੇ ਆਪਣੀ ਮਿਹਨਤ, ਆਪਣੇ ਰੱਬੀ ਗੁਣਾ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਗਿਆਨ ਲੈ ਕੇ ਉਸ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਜਦੋਂ ਅਸੀਂ ਕਰਾਂਗੇ ਤੇ ਸਾਨੂੰ ਹਮੇਸ਼ਾ ਵਿਕਾਸ, ਖੇੜਾ ਤੇ ਹਰ ਚੀਜ਼ ਪੋਜ਼ਿਟਿਵ ਹੀ ਮਿਲੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਗੁਰਮੀਤ ਜੀ। ਅਸੀਂ ਹੁਣ ਬੁਲਾਵਾਂਗੇ ਸੁਰਜੀਤ ਮੈਮ ਨੂੰ ਇੱਕ ਹੋਰ ਪੰਕਤੀ ਨਾਲ ਸਾਨੂੰ ਇਸ ਹੁਕਮ ਬਾਰੇ ਸਾਂਝ ਪਾਣਗੇ। ਹਾਂਜੀ ਸੁਰਜੀਤ ਮੈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਰਵਿੰਦਰ ਮੈਮ, ਜੋ ਆਪਨੇ ਮੈਨੂੰ ਇਹ ਮੌਕਾ ਦਿੱਤਾ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਇੱਥੇ ਜੋ ਤਿਸ, ਹੁਣ ਤਿਸ ਤੋਂ ਕੀ ਭਾਵ ਹੈ? ਤਿਸ ਹੈ ਗॉडली वर्च्यूज, ਰੱਬੀ ਗੁਣ, ਰੱਬੀ ਰਜ਼ਾ, ਨਿਯਮਾਵਲੀ। ਔਰ ਕ੍ਰੀਏਟਰ ਜੋ ਹੈ ਗॉड, ਜਾਂ ਅਸੀਂ ਕ੍ਰੀਏਟਰ ਵੀ ਕਹਿੰਦੇ ਹਾਂ ਤਿਸ। ਤੇ ਕ੍ਰੀਏਟਰ ਕੀ ਹੈ? ਉਹ ਕੋਈ ਉੱਪਰ ਬੈਠਾ ਨਹੀਂ ਹੈ ਕਿ ਕ੍ਰੀਏਟ ਕਰ ਕਰਕੇ ਭੇਜ ਰਿਹਾ ਹੈ। ਨਿਯਮਾਵਲੀ ਬਣਾ ਦਿੱਤੀ, ਉਸ ਅਨੁਸਾਰ ਹਰ ਚੀਜ਼ ਕ੍ਰੀਏਟ ਹੋ ਰਹੀ ਹੈ, ਪੇੜ ਪੌਦੇ, ਮਨੁੱਖ ਸਾਰੇ। ਸੋ ਤਿਸ ਕੌਣ ਹੈ? ਉਹ ਨਿਯਮਾਵਲੀ, ਗॉडली वर्च्यूज। ਉਸਨੂੰ ਕੀ ਪਾਉਂਦਾ ਹੈ? ਸੋਈ ਕਰਸੀ। ਹੁਣ ਕਰਨਾ ਕਿੰਨੇ ਹੈ? ਮੇਰੇ ਮਨ ਨੇ। ਮੇਰਾ ਮਨ ਉਹ ਕਰ ਰਿਹਾ ਹੈ ਜੋ ਉਸ ਕ੍ਰੀਏਟਰ ਨੂੰ ਪਾਉਂਦਾ ਹੈ। ਹੁਣ ਮਨ ਕੀ ਹੈ? ਮਨ ਹੈ ਵਿਚਾਰਾਂ ਦਾ ਸੰਗ੍ਰਹਿ। ਜਿਸ ਤਰ੍ਹਾਂ ਹੁਣੇ ਭੂਆ ਜੀ ਨੇ ਦੱਸਿਆ ਕਿ ਮਨ ਬੈਂਕ ਹੈ ਥਾਟਸ ਦਾ। ਹੁਣ ਮੇਰੇ ਮਨ ਦੇ ਕੋਲ ਚੋਇਸ ਹੈ। ਪਹਿਲੇ ਮੇਰਾ ਮਨ ਕੀ ਸੀ ਕਿ ਜੋ ਜਿਸ ਤਰ੍ਹਾਂ ਸੰਸਾਰ ਸਾਰਾ ਖਚਤ ਹੈ, ਵਿਕਾਰਾਂ ਵਿੱਚ ਕ੍ਰੋਧ, ਈਰਖਾ, ਵਿਤਕਰਾ, ਇਹ ਸਭ ਕਰਦਾ ਸੀ। ਔਰ ਲੇਕਿਨ ਜਦੋਂ ਮੇਰੇ ਮਨ ਨੇ ਬਾਣੀ ਵਿਚਾਰ ਕੀਤੀ, ਡਿਵਾਈਨ ਵਿਜ਼ਡਮ ਨੂੰ ਸਮਝਿਆ ਔਰ ਆਪਣੇ ਅੰਦਰ ਇੰਬਾਈਬ ਕਰਨਾ ਸ਼ੁਰੂ ਕਰਤਾ, ਰੱਬੀ ਨਿਯਮਾਂ ਦੀ ਮੇਰੇ ਮਨ ਨੂੰ ਸਮਝ ਪੈ ਗਈ, ਮਨ ਰੱਬੀ ਰਜ਼ਾ ਵਿੱਚ ਰਹਿਣਾ ਸਿੱਖ ਗਿਆ, ਮਨ ਰੱਬੀ ਗੁਣਾ ਅਨੁਸਾਰ ਕੰਮ ਕਰਨ ਲੱਗ ਪਿਆ, ਜਿਸ ਨੂੰ ਕਹਿੰਦੇ ਆ ਕਿ ਮਨ ਕਮਸ ਇਨ ਹਾਰਮਨੀ ਵਿਦ ਗॉड ਜਾਂ ਵਨਨੈਸ, ਅੰਮ੍ਰਿਤ ਅਵਸਥਾ। ਜਦ ਉਸ ਅਵਸਥਾ ਵਿੱਚ ਆ ਗਿਆ ਤਾਂ ਫਿਰ ਉਹ ਰੱਬੀ ਗੁਣਾ ਅਨੁਸਾਰ ਕੰਮ ਕਰਨ ਲੱਗ ਗਿਆ। ਜੋ ਤਿਸ ਭਾਵੈ ਸੋਈ ਕਰਸੀ। ਮਨ ਜਿਹੜਾ ਹੈ ਉਹ ਉਹੀ ਕਰਨ ਲੱਗ ਗਿਆ ਜੋ ਪਰਮਾਤਮਾ ਹੈ। ਪਰਮਾਤਮਾ ਦੇ ਨਾਲ ਇਕਮਿਕਤਾ ਆ ਗਈ, ਵਨਨੈਸ ਵਾਲੀ ਅੰਮ੍ਰਿਤ ਅਵਸਥਾ ਵਿੱਚ ਆ ਗਿਆ। ਅੱਗੇ ਹੈ ਹੁਕਮ ਨ ਕਰਨਾ ਜਾਈ। ਹੁਣ ਹੁਕਮ ਕੀ ਹੈ? ਹੁਕਮ ਹੁਕਮ ਇੱਥੇ ਕਮਾਂਡ ਵੀ ਹੈ। ਸੋ ਹੁਣ ਜੋ ਮੇਰਾ ਮਨ ਹੈ ਉਹ ਪਹਿਲੇ ਕੀ ਸੀ? ਮਨਮਤ ਅਨੁਸਾਰ ਚੱਲਦਾ ਸੀ, ਲੇਕਿਨ ਹੁਣ ਉਹ ਮਨਮਤ ਦੇ ਹੁਕਮ ਨੂੰ ਨਹੀਂ ਸੁਣਦਾ।
ਹੁਣ ਉਹ ਉਸਨੇ ਆਪਣੀ ਮਨਮਤ ਜਿਹੜੀ ਹੈ ਉਹ ਤਿਆਗ ਦਿੱਤੀ ਹੈ। ਇਸ ਨੂੰ ਅਸੀਂ ਇੱਕ ਐਗਜ਼ਾਮਪਲ ਨਾਲ ਸਮਝ ਸਕਨੇ ਹਾਂ ਕਿ ਜਿਸ ਤਰ੍ਹਾਂ ਸਾਨੂੰ ਬੱਚੇ ਉੱਤੇ ਕ੍ਰੋਧ ਆਉਂਦਾ ਹੈ, ਤਾਂ ਕਈ ਵਾਰੀ ਬੱਚਾ ਕੁਝ ਗਲਤ ਕਰ ਰਿਹਾ ਹੈ, ਮੈਂ ਦੇਖਣੀ ਹਾਂ ਤਾਂ ਪਹਿਲੇ ਕੀ ਸੀ, ਬੜਾ ਗੁੱਸਾ ਆ ਜਾਂਦਾ ਸੀ, ਬੱਚਿਆਂ ਨੂੰ ਡਾਂਟ ਵੀ ਲਗਾ ਦਿੰਦੀ ਸੀ, ਔਰ ਲੱਗਦਾ ਸੀ ਕਿ ਅਸੀਂ ਡਾਂਟਾਂਗੇ ਨਹੀਂ। ਇਹ ਸਾਡੇ ਅੰਦਰ ਇੱਕ ਉਹ ਆ ਗਈ ਸੀ ਕਿ ਅਗਰ ਬੱਚਿਆਂ ਨੂੰ ਡਾਂਟਾਂਗੇ ਨਹੀਂ ਨਾ, ਬੱਚਿਆਂ ਨੂੰ ਅਸੀਂ ਸੁਧਾਰ ਨਹੀਂ ਸਕਦੇ, ਬੱਚਿਆਂ ਨੂੰ ਸਹੀ ਮੈਨਰਸ ਨਹੀਂ ਸਿਖਾ ਸਕਦੇ, ਸਹੀ ਰਸਤੇ ਤੇ ਨਹੀਂ ਪਾ ਸਕਦੇ। ਲੇਕਿਨ ਜਦੋਂ ਅਸੀਂ ਜੀਵਨ ਜਾਂਚ ਨਾਲ ਜੁੜੇ ਤੇ ਸਮਝਿਆ ਕਿ ਬੱਚਿਆਂ ਨੂੰ ਜਾਂ ਕੋਈ ਸਾਡੇ ਕੋਲ ਕੰਮ ਕਰ ਰਿਹਾ ਹੈ, ਸਾਡੇ EMPLOYEES ਨੇ, ਸਾਰਿਆਂ ਨੂੰ ਅਸੀਂ ਪਿਆਰ ਨਾਲ ਬੋਲ ਕੇ ਸਮਝਾ ਕੇ ਉਹਨਾਂ ਦੀ ਪਰੇਸ਼ਾਨੀ ਸੁਣ ਕੇ ਆਪਣੀ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਹਰ ਇੱਕ ਪ੍ਰੋਬਲਮ ਨੂੰ ਸੋਲਵ ਕਰ ਸਕਨੇ ਹਾਂ। ਸੋ ਹੁਣ ਜਿਹੜਾ ਉਹ ਮਨਮਤ ਵਾਲਾ ਹੁਕਮ ਹੈ, ਜੋ ਕ੍ਰੋਧ, ਈਰਖਾ, ਇਹ ਇਸ ਵੱਲ ਅਸੀਂ ਮੇਰਾ ਮਨ ਨਹੀਂ ਤੁਰਦਾ। ਹੁਣ ਮੇਰਾ ਮਨ ਜੋ ਹੈ, ਜੋ ਤਿਸ ਭਾਵ ਹੈ, ਜੋ ਗੋਡਲੀ ਵਰਚੂਜ਼ ਨੇ, ਉਹਨਾਂ ਵੱਲ ਚਲਦਾ ਹੈ। ਇਹੀ ਮੈਨੂੰ ਇਸ ਪੰਕਤੀ ਤੋਂ ਸਮਝ ਆਇਆ ਹੈ। ਸੋ ਮੈਂ ਆਪ ਜੀ ਦੇ ਨਾਲ ਸਾਂਝ ਕੀਤੀ ਹੈ। ਅਗਰ ਕੁਝ ਗਲਤ ਹੈ ਤਾਂ ਮੈਂ ਖਿਮਾ ਮੰਗਨੀ ਹਾਂ ਜੀ। ਥੈਂਕ ਯੂ ਸੋ ਮਚ ਸੁਰਜੀਤ ਮੈਮ, ਤੁਸੀਂ ਸਾਨੂੰ ਬਹੁਤ ਅੱਛੀ ਤਰ੍ਹਾਂ ਇਸ ਪੰਕਤੀ ਨੂੰ ਸਾਂਝ ਕੀਤਾ ਹੈ। ਤੇ ਹੁਣ ਅਸੀਂ ਥੋੜੇ ਜਿਹੇ ਆਪਣੀ ਸੈਕੰਡ ਪੌੜੀ ਦੇ ਕੁਐਸਚਨ ਆਨਸਰਸ ਹੁਕਮ ਉੱਤੇ ਕੀਤੇ ਨੇ, ਉਸ ਨੂੰ ਅਸੀਂ ਕਰਾਂਗੇ। ਹਾਂਜੀ ਬਲਜੀਤ ਮੈਮ ਪੜ੍ਹ ਲਓ ਤੁਸੀਂ। ਹਾਂਜੀ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉ ਮੈਂ ਕਹੈ ਨ ਕੋਇ। ਥੈਂਕ ਯੂ ਮੈਂ ਬਲਜੀਤ। ਸਾਰਿਆਂ ਨੂੰ ਇੱਕ ਰਿਕੁਐਸਟ ਕਰਦੀ ਹਾਂ, ਪਲੀਜ਼ ਤੁਸੀਂ ਆਪਣੇ ਕੈਮਰੇ ਔਨ ਕਰੋ। ਓਨਲੀ 10-12 ਲੋਕ ਹੈ ਜਿਨ੍ਹਾਂ ਦੇ ਕੈਮਰੇ ਔਨ ਹੈ। ਅਸੀਂ ਵਿਚਾਰ ਕਰ ਰਹੇ ਹਾਂ ਤੇ ਇੱਕ ਦੂਸਰੇ ਦੇ ਨਾਲ ਉਹਨਾਂ ਨੂੰ ਹੀ ਆਪਸ਼ਨ ਦੇਵਾਂਗੇ ਜਿਨ੍ਹਾਂ ਦੇ ਕੈਮਰੇ ਔਨ ਨੇ। ਥੋੜਾ ਜਿਹਾ ਪਲੀਜ਼ ਵਿਚਾਰ ਕਰ ਰਹੇ ਹਾਂ ਤੇ ਮਿਲ ਜੁਲ ਕੇ ਸਾਹਮਣੇ ਬੈਠ ਕੇ ਕਰੀਏ ਤੇ ਬਹੁਤ ਅੱਛਾ ਲੱਗੇਗਾ। ਹਾਂਜੀ ਬਲਜੀਤ ਮੈਮ, ਪਹਿਲਾ ਸਾਡਾ ਕੁਐਸਚਨ ਹੈ ਸਾਰਿਆਂ ਅੱਗੇ, ਹੁਕਮ ਵਿੱਚ ਰਹਿਣਾ ਕੀ ਹੈ? ਕਿਸੇ ਇੱਕ ਨੂੰ ਪੁੱਛ ਲਓ। ਹਾਂਜੀ ਸੀਮਾ ਲਾਲਾ ਜੀ, ਤੁਸੀਂ ਦੱਸ ਸਕਦੇ ਹੋ? ਸੀਮਾ ਲਾਲਾ ਜੀ। ਹੁਕਮ ਵਿੱਚ रहना की है। ਹੁਕਮ ਵਿੱਚ ਰਹਿਣਾ हुक्म ਕੀ विच ਹੈ? रहना की है। हुक्म विच रहना बोले तो हम अपने मन के साथ रहना चाहिए। हमने हम लोग बोलते भगवान हर जगह हर किसी के लिए उपलब्ध है, ये बात सही है, लेकिन जो हमारे मन के अंदर सत्य बैठा है वही हुक्म है, और उसी को ही हमें पहचानना है, उसी के थ्रू ही हमें सब कुछ करना है, और वही हमें उठाता भी है और वही हमें गिराता भी है। तो हमारे जैसे आज बुआ जी ने बोला कि हमारे थॉट्स और इमोशंस है वही हुक्म है और तो कुछ नहीं। ਓਕੇ ਮੈਮ, ਤੁਸੀਂ ਆਨਸਰ ਦਿਖਾ ਦਿਓ। ਸਮਝਦੇ ਹਾਂ ਜੀ। ਹੁਕਮ ਵਿੱਚ ਰਹਿਣਾ ਭਾਵ ਰਜ਼ਾ ਵਿੱਚ ਰਹਿਣਾ ਹੈ। ਹੁਕਮ ਤੋਂ ਨਿਯਮ ਦੀ ਸਮਝ ਆਉਂਦੀ ਹੈ। ਠੀਕ ਹੈ ਜੀ। ਹਾਂਜੀ ਨੈਕਸਟ ਹਾਂਜੀ ਕੁਐਸਚਨ। ਹਾਂਜੀ ਰਣਜੀਤ ਕੌਰ ਜੀ। ਹਾਂਜੀ ਮੈਮ। ਆਕਾਰ ਤੋਂ ਕੀ ਭਾਵ ਹੈ? ਆਕਾਰ ਤੋਂ ਭਾਵ ਹੈ ਰੱਬੀ ਗੁਣਾ ਤੇ ਰਹਿਣਾ, ਰੱਬੀ ਰਜ਼ਾ ਵਿੱਚ ਰਹਿਣਾ। ਅਸੀਂ ਪੰਕਤੀ ਪੜ੍ਹੀ ਹੈ ਨਾ, ਹੁਕਮੀ ਹੋਵਨ ਆਕਾਰ, ਉਸ ਤੋਂ ਤੁਸੀਂ ਕੀ ਸਮਝ ਰਹੇ ਹੋ? मैम नहीं समझ आ रही मैम।
चलो ओके आंसर मैम, देखते हैं जी। आंसर देख लो। हाँ, पढ़ो तुसी रंजीत जी। पढ़ो जी रंजीत जी। ਵਿਵੇਕੀ ਮਨ ਨੇ ਚੰਗੇ ਵਿਚਾਰਾਂ ਨਾਲ ਅੰਦਰ ਦੀ ਨਵੀਂ ਸ੍ਰਿਸ਼ਟੀ ਦੀ ਸਾਜਨਾ ਕਰਨੀ ਹੈ, ਇਹੀ ਅੰਦਰ ਦਾ ਆਕਾਰ ਹੈ। हाँ जी। हाँ जी, रसना कौर जी नेक्स्ट वाला तुसी आंसर करो। किस दे जी दी गल हो रही है ਅਤੇ ਵਡਿਆਈ ਤੋਂ ਕੀ ਭਾਵ ਹੈ? रसना कौर जी। ਪ੍ਰੀਤਨ ਸਿੰਘ ਜੀ ਤੁਸੀਂ ਦੱਸੋ ਜੀ। ਹਾਂਜੀ ਵੀਰ ਜੀ। ਪ੍ਰੀਤਨ ਸਿੰਘ ਜੀ ਅਨਮਿਊਟ ਕਰੋ ਜੀ। हेलो। ਹਾਂਜੀ ਬੋਲੋ ਜੀ। ਤੁਸੀਂ रिपीट कर दोगे? ਹਾਂਜੀ ਹਾਂਜੀ ਤੁਸੀਂ ਆਕਾਰ ਬਾਰੇ ਪੁੱਛਦੇ ਜਾਂ ਕਿਸ ਦੀ ਜੀ ਦੀ? हाँ वीर जी, तीसरा क्वेश्चन जो है, ਹਾਂ किस दे जी दी गल हो रही है? ਅਸੀਂ ਆ ਪੰਕਤੀ ਪੜ੍ਹੀ ਹੈ ਨਾ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹਾਂਜੀ ਹਾਂਜੀ हाँ ਜਿਹੜਾ ਵੀ ਉਸ ਹੁਕਮ ਦੇ ਅਟਲ ਹੁਕਮ ਵਿੱਚ ਰਹਿੰਦਾ ਹੈ ਤੇ ਉਹ ਹੀ ਤੇ ਚੰਗੀ ਪ੍ਰਾਪਤ ਕਰ ਸਕਦੇ ਜੇ ਹੁਕਮ ਦੇ ਵਿੱਚ ਉਹਨੂੰ ਜੀਣਾ ਆ ਜਾਵੇ ਉਹਦੇ ਹੁਕਮ ਵਿੱਚ। ਅਤੇ ਵਡਿਆਈ ਤੋਂ ਕੀ ਭਾਵ ਹੈ? ਅਹ, ਰਹੀ ਹੈ ਅਤੇ ਵਡਿਆਈ ਤੋਂ ਵਡਿਆਈ ਜਿਹੜੀ ਅਹ, ਵਡਿਆਈ ਹੁੰਦੀ ਜਿਸ ਤਰ੍ਹਾਂ ਆਨਰ ਜਾਂ ਰਿਸਪੈਕਟ, ਸੈਲਫ ਰਿਸਪੈਕਟ, ਆਪਾਂ ਨੂੰ ਜਿਹੜਾ ਵਡਿਆਈ ਹਾਂ ਉਹ ਤੋਂ ਮਿਲੂਗੀ ਸਾਨੂੰ। हाँ जी। ਹਮ हाँ जी पढ़ लो जी। ਹਮ ਹਾਂਜੀ ਆंसर ਪੜ੍ਹ ਲਓ ਵੀਰ ਜੀ। ਹਾਂਜੀ ਮੇਰੇ ਹਾਂਜੀ ਉਹ ਹਾਂ ਮੈਂ ਪੜ੍ਹ ਦਿੰਨੀ ਆ। हाँ जी ਤੁਸੀਂ ਪੜ੍ਹ। ਮੇਰੇ ਅੰਦਰ ਦੇ ਜੀਵ ਜੰਤ ਹਮ, ਜਦੋਂ ਹੁਕਮ ਵਿੱਚ ਰਹਿਣ ਲੱਗ ਜਾਂਦੇ ਹਨ ਤਾਂ ਹਮ, ਉਹ ਵਡਿਆਈ ਦੇ ਪਾਤਰ ਬਣਦੇ ਹਨ। ਹਾਂਜੀ ਠੀਕ ਥੈਂਕ ਯੂ ਵੀਰ ਜੀ। ਹਾਂਜੀ हाँ जी। ਉੱਤਮ ਅਤੇ ਨੀਚ ਕਿਸ ਨੂੰ ਕਹਿੰਦੇ ਹਨ? ਹਾਂਜੀ ਰਸਨਾ ਜੀ, ਹੁਣ ਤੁਸੀਂ ਦੱਸੋ। ਤੁਸੀਂ ਅਨਮਿਊਟ ਹੋ ਗਏ ਹੋ। ਹੁਕਮ ਦਾ ਮਤਲਬ ਹੈ ਕਿ ਆਪਣੇ ਗੁਨਾਹ ਦੇ ਅੰਦਰ ਜਦੋਂ ਅਸੀਂ ਰਹਿੰਦੇ ਹਾਂ ਉਹਦੇ ਅਕੋਰਡਿੰਗ ਆਪਣੀ ਲਾਈਫ ਵਿੱਚ ਆਪਣਾ ਜੋ ਹੈ ਕੁਆਲਿਟੀਜ਼ ਦੇ ਨਾਲ ਰਹਿੰਦੇ ਹਾਂ ਤੇ ਉਹ ਦਾ ਮਤਲਬ ਉੱਤਮ ਹੈ। ਤੇ ਨੀਚ ਦਾ ਮਤਲਬ ਹੈ ਕਿ ਵਾਈਸਸ ਵਿੱਚ ਦੇ ਨਾਲ ਜੋ ਹੈ ਆਪਣਾ ਲਾਈਫ ਨੂੰ ਬਿਤਾਉਣਾ। हम्म, ਮੈਮ ਤੁਸੀਂ ਆਨਸਰ ਦਿਖਾ ਦਿਓ। हाँ जी सही बोल जी। पढ़ो। ਰਸਨਾ ਜੀ ਤੁਸੀਂ ਪੜ੍ਹ ਲਓ। ਅੰਦਰ ਦੀ ਸੋਚਣੀ ਮਨ ਦੇ ਤਲ ਤੇ ਜਦੋਂ ਬਦਲ ਜਾਂਦੀ ਹੈ ਤਾਂ ਮਨ ਦੇ ਭਾਵ ਨੀਚ ਤੇ ਉੱਤਮ ਹੋ ਜਾਂਦੇ ਹਨ। ਥੈਂਕ ਯੂ ਜੀ। ਹਾਂਜੀ ਮਨਜੀਤ ਕੌਰ ਜੀ ਤੁਸੀਂ ਅਨਮਿਊਟ ਕਰੋਗੇ। ਕਿਸ ਦੇ ਸੁੱਖ ਅਤੇ ਦੁੱਖ ਦੀ ਗੱਲ ਹੋ ਰਹੀ ਹੈ? ਮਨਪ੍ਰੀਤ ਜੀ, ਮਨਜੀਤ ਜੀ, ਸਤਬੀਰ ਕੌਰ ਜੀ। ਮੈਮ ਸਭ ਦੇ ਕੈਮਰੇ ਬੰਦ ਨੇ, ਪਤਾ ਨਹੀਂ ਆ ਪਿੱਛੇ ਹੈ ਕਿ ਨਹੀਂ ਨੇ। ਜਸਪਾਲ ਕੌਰ ਜੀ। ਓਕੇ ਜਗਜੀਤ ਕੌਰ ਜੀ ਤੁਸੀਂ ਦੱਸੋ। ਜਗਜੀਤ ਕੌਰ ਜੀ ਸਾਡੇ ਬਹੁਤ ਸਿੰਸੀਅਰ ਸਟੂਡੈਂਟ ਹੈ। ਹਾਂਜੀ ਜਗਜੀਤ ਕੌਰ ਜੀ। ਇਹ ਗੱਲ ਹੋ ਰਹੀ ਹੈ ਕਿਉਂਕਿ ਆਪਣੇ ਸੁੱਖਾਂ ਦੀ ਤੇ ਆਪਣੇ ਦੁੱਖਾਂ ਦੀ ਗੱਲ ਹੋ ਰਹੀ ਹੈ ਇੱਥੇ। ਤੇ ਆਪਾਂ ਹੁਕਮ ਵਿੱਚ ਰਵਾਂਗੇ, ਗੁੱਡ ਵਰਚੂ ਸੁਣ ਕੇ ਫਿਰ ਆਪਣੇ ਲਈ ਸੁੱਖ ਵਾ। ਜੇ ਵੀ ਸਟੇ ਇਨ ਦਾ ਸੌਰੀ ਪੰਜਾਬੀ ਜੇ ਆਪਾਂ ਵਾਈਸਸ ਨਾ ਰਵਾਂਗੇ ਫਿਰ ਆਪਣੇ ਕੋਲ ਦੁੱਖ ਹੋਣਗੇ ਨਾ। चलो पढ़ लो जी। ਓਕੇ ਮਨ ਜਗਜੀਤ ਦੇ ਜੀ ਤੁਸੀਂ ਸੁੱਖ ਪੜੋ। ਮਨ ਦੇ ਸੁੱਖ ਅਤੇ ਦੁੱਖ ਦੀ ਗੱਲ ਹੋ ਰਹੀ ਹੈ। हाँ जी। ਮਨ ਦੇ ਸੁੱਖ ਦੀ। ਓਕੇ हाँ जी। ਥੈਂਕ ਯੂ ਜੀ। ਹਾਂਜੀ ਡਾਕਟਰ ਸਤਿੰਦਰ ਜੀ ਤੁਸੀਂ ਨੈਕਸਟ ਵਾਲਾ ਪੜੋ ਜੀ। ਬਖਸ਼ੀਸ਼ ਕਿਸ ਦੇ ਉੱਪਰ ਹੁੰਦੀ ਹੈ? ਮੈਮ ਜਿਹੜਾ ਮਨ ਸਾਡਾ ਹੁਕਮ ਨੂੰ ਮੰਨਣ ਦੇ ਲਈ ਤਿਆਰ ਹੁੰਦਾ ਹੈ ਉਸ ਦੇ ਉੱਤੇ ਬਖਸ਼ਿਸ਼ ਹੁੰਦੀ ਹੈ। हाँ जी पढ़ो जी। ਪੜ ਲਓ ਜੀ। ਜਿਹੜਾ ਮਨ ਨਿਜ ਘਰ ਵਿੱਚੋਂ ਸਤਿਗੁਰ ਦੀ ਮੱਤ ਲੈਂਦਾ ਹੈ
ਉਹ ਮਨ ਬਖਸ਼ੀਸ਼ ਦਾ ਪਾਤਰ ਬਣ ਜਾਂਦਾ ਹੈ। बिल्कुल। थैंक यू मैम। हुक्मे अंदर सब को, बाहर हुक्म ना कोई। इस पंक्ति हरमीत का भाव दसो। हरमीत कटारिया जी तुसी दसोगे? हरमीत कटारिया जी ਹਾਂਜੀ हाँ जी जे तुसी दसो। हुक्मे अंदर सब को बाहर हुक्म ना कोय, मतलब सब हुक्म ਦੇ ਅੰਦਰ ਚੱਲਦਾ ਹੈ, ਉਸਦੇ ਹੁਕਮ ਦੇ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ, ਪਰ ਹੁਕਮ ਦੇ ਅੰਦਰ ਰਹਿਣ ਦੇ ਵਿੱਚ ਹੀ ਸਭ ਅਸੀਂ ਪ੍ਰਾਪਤ ਕਰ ਸਕਦੇ ਹਾਂ, ਖੁਸ਼ੀ ਸਭ हाँ ਹੁਕਮੇ जी। ਅੰਦਰ। पढ़ लो जी हरमीत जी। ਹਰ ਇੱਕ ਜੀਵ ਰੱਬੀ ਨਿਯਮਾਵਲੀ ਦੇ ਹੁਕਮ ਵਿੱਚ ਹੈ, ਕੋਈ ਵੀ ਹੁਕਮ ਤੋਂ ਆਕੀ ਨਹੀਂ ਹੈ। हाँ जी तुसी इत्थे आकी तो की समझ रहे हो? आकी तो मतलब कि कोई भी इसदे शब्द तो हुक्म चल रहा है, हाँ जी हाँ बाकी नहीं है, मैं मतलब हाँ कोई ਤੁਹਾਨੂੰ ਮੈਂ ਵਰਡਿੰਗ ਪੁੱਛਿਆ ਕਿ ਉੱਥੇ ਆਕੀ ਵੀ ਲਿਖਿਆ ਗਿਆ, ਉਹਦਾ ਕੀ ਮਤਲਬ ਹੈ? हुक्म तो आकी नहीं है, मतलब हुक्म तो बिना कुछ भी नहीं है। बाहर कोई नहीं है। हाँ हाँ जी जी, हाँ जी हाँ ठीक जी, है जी, थैंक यू जी हरमीत हाँ जी। जी। हाँ जी इंदरजीत कौर जी ਨੈਕਸਟ ਵਾਲਾ ਤੁਸੀਂ ਆਨਸਰ ਕਰੋ। ਹੁਕਮ ਨੂੰ ਬੁਝਣਾ ਤੋਂ ਤੁਹਾਨੂੰ ਕੀ ਸਮਝ ਆਉਂਦੀ ਹੈ? ਮੇਰੇ ਵਾਸਤੇ ਹੈ। हाँ जी नहीं इंदरजीत कौर ਤੁਸੀਂ ਨਹੀਂ ਹਾਂ ਦੂਸਰੇ ਨੇ ਹਾਂਜੀ ਦੂਸਰੇ ਇੰਦਰ हाँ ਦਿੱਲੀ ਹੁਕਮ ਵਾਲੇ ਨੇ। ਹੁਕਮ ਹੁਕਮ ਨੂੰ ਬੁਝਣਾ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਜੋ ਵੀ ਪਰਮਾਤਮਾ ਅਕਾਲ ਪੁਰਖ ਕਰ ਰਿਹਾ ਹੈ ਉਹਦੀ ਰਜ਼ਾ ਵਿੱਚ ਰਹਿਣਾ, ਇਸ ਨੂੰ ਹੁਕਮ ਕਹਿੰਦੇ ਹਨ, ਹੁਕਮ ਬੁਝਣਾ ਕਹਿੰਦੇ ਹਨ। ਹਾਂਜੀ ਪੜੋ ਜੀ। ਸੱਚ ਦੇ ਗਿਆਨ ਨੂੰ ਸਮਝਣਾ ਅਤੇ ਉਸ ਤੇ ਤੁਰਨਾ। ਥੈਂਕ ਯੂ ਜੀ, ਬਹੁਤ ਸੋਹਣਾ, ਸਭ ਨੇ ਬਹੁਤ ਅੱਛਾ ਆਪਣਾ ਐਫਰਟ ਪਾਇਆ, ਸਭ ਨੇ ਬਹੁਤ ਸੋਹਣੇ ਜਵਾਬ ਦਿੱਤੇ ਨੇ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਹਾਂਜੀ ਸਭ ਨੇ ਬੜੇ ਧਿਆਨ ਨਾਲ ਭੂਆ ਜੀ ਦਾ ਸੈਸ਼ਨ ਸੁਣਿਆ ਹੈ, ਸਾਡੇ ਦੋਨੋਂ ਟੀਚਰਸ ਨੂੰ ਵੀ ਸੁਣਿਆ ਹੈ। ਹੁਣ ਸਾਡੇ ਵਿੱਚ ਬੈਠੇ ਨੇ ਡਾਕਟਰ ਕਰਮਿੰਦਰ ਸਿੰਘ ਜੀ, ਅਸੀਂ ਚਾਹਾਂਗੇ ਕਿ ਹੁਣ ਉਹ ਆਪਣੇ ਹੁਕਮ ਉੱਤੇ ਆਪਣੀ ਸਾਂਝ ਪਾਣ। ਹਾਂਜੀ ਡਾਕਟਰ ਕਰਮਿੰਦਰ ਹਾਂਜੀ ਜੀ। ਵੀਰ ਜੀ ਤੁਹਾਨੂੰ ਅਨਮਿਊਟ ਲਈ ਆਪਸ਼ਨ ਦਿੱਤਾ ਹੈ ਤੁਸੀਂ। ਓਕੇ ਕੈਨ ਯੂ ਹੀਅਰ ਮੀ? ਸੁਣ ਸਕਦੇ ਹੋ? ਹਾਂਜੀ 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 ਅੱਛਾ ਓਕੇ ਪਹਿਲਾਂ ਤਾਂ ਮੈਂ ਇਹ ਕਹਿਣਾ ਵੀ ਮਨ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਤੁਹਾਡੇ ਵਿੱਚ ਮੈਂ ਪਹਿਲੀ ਵਾਰ ਬੈਠਾ ਅੱਜ ਇਸ ਡੀਕੋਡਿੰਗ ਵਾਲੇ ਸੈਸ਼ਨ ਦੇ ਵਿੱਚ। ਖੁਸ਼ੀ ਸਿਰਫ ਇਸ ਕਰਕੇ ਨਹੀਂ ਵੀ ਤੁਸੀਂ ਬਾਣੀ ਦੀ ਵਿਚਾਰ ਕਰ ਰਹੇ ਹੋ, ਪਰ ਖਾਸ ਕਰਕੇ ਇਸ ਗੱਲ ਦੀ ਹੈ ਕਿ ਦੇਖੋ ਹੁਕਮ ਕਿੰਨਾ ਡੂੰਘਾ ਵਿਸ਼ਾ ਹੈ। ਸੋ ਇਸ ਕਰਕੇ ਹੁਣ ਡਬਲ ਟ੍ਰਿਪਲ ਨੂੰ ਇਸ ਹੈ ਕਿ ਭਾਵੇਂ ਹੁਕਮ ਇੰਨਾ ਡੂੰਘਾ ਵਿਸ਼ਾ ਹੈ ਪਰ ਤੁਹਾਡੇ ਵਿੱਚ ਸਮਝ ਹੈ, ਜਾਣਕਾਰੀ ਹੈ ਹੁਕਮ ਬਾਰੇ। ਪਰ ਜਦੋਂ ਆ ਸਵਾਲਾਂ ਦੇ ਜਵਾਬ ਆ ਰਹੇ ਸੀ ਨਾ, ਹੁਣ ਮੈਂ ਓਨੈਸਟਲੀ ਬੋਲਣ ਲੱਗਾ, ਤੁਸੀਂ ਮੇਰੇ ਨਾਲ ਨਾਰਾਜ਼ ਨਾ ਹੋ ਜਾਇਓ, ਗੁੱਸੇ ਨਾ ਹੋ ਜਾਇਓ, ਬਿਕੋਜ਼ ਜੇ ਅਸੀਂ ਹਕੀਕਤ ਨੂੰ ਚੰਗੀ ਤਰ੍ਹਾਂ ਨਾ ਪ੍ਰਵਾਨ ਕਰਾਂਗੇ ਨਾ, ਫਿਰ ਸਾਡੀ ਪ੍ਰੋਗਰੈਸ ਡਿਵੈਲਪਮੈਂਟ ਉਹਦੇ ਵਿੱਚ ਘਾਟਾ ਪੈਂਦਾ। ਸੋ ਸਮਝ ਹੈ ਹੁਕਮ ਦੀ ਤੇ ਪਛਾਣ ਵੀ ਹੈ, ਜਾਣਕਾਰੀ ਵੀ ਹੈ, ਪਰ ਜਦੋਂ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਸੀ ਨਾ, ਉੱਥੇ ਮੈਨੂੰ ਮਹਿਸੂਸ ਹੋ ਰਿਹਾ ਸੀ ਵੀ ਕਨਫਿਊਸ਼ਨ ਹੋ ਰਹੀ ਹੈ। ਤੇ ਫਿਰ ਸੋ ਮੈਂ ਜਿਹੜੀ ਕੋਸ਼ਿਸ਼ ਕਰਨੀ ਆ ਨਾ, ਵੀ ਮੈਂ ਉਹ ਕਨਫਿਊਸ਼ਨ ਦੂਰ ਕਰਨ ਦੀ ਕੋਸ਼ਿਸ਼ ਕਰਨੀ ਆ, ਵੀ ਤੁਹਾਡੀ ਮਦਦ ਕਰਨੀ ਹੈ ਵੀ ਤੁਹਾਡੀ ਕਨਫਿਊਸ਼ਨ ਜਿਹੜੀ ਹੈ ਉਹ ਦੂਰ ਹੋ ਸਕੇ। ਸੋ ਸਿਰਫ ਮੈਂ ਇਸ ਕਰਕੇ ਬੋਲ ਰਿਹਾ ਜੋ ਕੁਝ ਮੈਂ ਬੋਲਣਾ, ਵੀ ਇਹ ਸਾਰੇ ਹੁਕਮ ਦੇ ਇਸ਼ੂ ਦੇ ਵਿੱਚ ਨਾ ਕਲੈਰਿਟੀ ਆ ਸਕੇ। ਜਦੋਂ ਭੈਣ ਜੀ ਨੇ ਵਿਚਾਰ ਸ਼ੁਰੂ ਕੀਤੀ ਸੀ ਨਾ, ਇਹਨਾਂ ਨੇ ਦੋ ਲਫ਼ਜ਼ ਵਰਤੇ ਸੀ, ਭਰਮ ਭੁਲੇਖੇ। ਸੋ ਉੱਥੋਂ ਹੀ ਮੈਂ ਗੱਲ ਸ਼ੁਰੂ ਕਰਨੀ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਹੁਕਮ ਦੇ ਵਿਸ਼ੇ ਤੇ ਜਿਹੜੇ ਭਰਮ ਭੁਲੇਖੇ ਪੈਂਦੇ ਨੇ, ਮੈਂ ਕੁਝ ਨੋਟ ਕੀਤੇ ਨਾ, ਮੈਂ ਉਹ ਤੁਹਾਡੇ ਸਾਹਮਣੇ ਰੱਖਣ ਲੱਗਾ। ਪਹਿਲਾ ਭੁਲੇਖਾ ਜਿਹੜਾ ਇਹ ਆਪ ਲਫ਼ਜ਼ ਹੈ ਨਾ, ਗੁਰਬਾਣੀ ਦੇ ਵਿੱਚ ਇਹ ਬੜਾ ਵਰਤਿਆ ਗਿਆ ਗੁਰੂਆਂ ਨੇ, ਆਪ। ਤੇ ਇੱਥੇ ਬੜਾ ਅਸੀਂ ਭੁਲੇਖਾ ਕਰਦੇ ਹਾਂ, ਜਿੱਥੇ ਵੀ ਆਪ ਆਉਂਦਾ ਨਾ, ਅਸੀਂ ਇੱਕਦਮ ਹੀ ਕਹਿ ਦਿੰਦੇ ਹਾਂ ਵੀ ਇਹ ਆਪ ਪਰਮਾਤਮਾ ਦੀ ਗੱਲ ਹੋ ਰਹੀ ਹੈ। ਸੋ ਉੱਥੇ ਬੜਾ ਭੁਲੇਖਾ ਪੈ ਜਾਂਦਾ। ਜਿਵੇਂ ਇੱਕ ਪੰਕਤੀ ਮੈਂ ਤੁਹਾਨੂੰ ਬੋਲਣ ਲੱਗਾ, ਇਹ ਜਗ ਭੂਲਾ,
ਸਮਝ ਗਏ ਨਾ? ਇਹ ਤਾਂ ਪੰਜਾਬੀ ਠੇਠ ਪੰਜਾਬੀ ਹੈ। ਇਹ ਜਗ ਭੋਲਾ ਭਾਵ ਇਹ ਜਿਹੜਾ ਸੰਸਾਰ ਹੈ, ਭਾਵੇਂ ਜਗਤ ਬਾਹਰ ਦੀ ਗੱਲ ਨਹੀਂ ਅੰਦਰ ਦੀ ਗੱਲ ਹੈ, ਪਰ ਕੋਈ ਨਹੀਂ, ਆਪਾਂ ਲਿਟਰਲ ਅਰਥ ਲੈ ਲੈਂਦੇ ਆ ਵੀ ਇਹ ਜਗ ਭੁੱਲਿਆ ਹੋਇਆ ਭੰਬਲ ਭੂਸੇ ਵਿੱਚ ਪਿਆ ਹੋਇਆ। ਦਿਸ ਵਰਲਡ ਇਜ਼ ਆਲ ਕਨਫਿਊਜ਼ਡ, ਹੈ ਨਾ? ਇਹ ਜਗ ਭੁੱਲਾ ਤੇ ਆਪ ਭੁਲਾਇਆ। ਸੋ ਉੱਥੇ ਨਾ ਦੇਖੋ, ਜਦੋਂ ਆਪ ਲਫ਼ਜ਼ ਨਿਕਲਦਾ ਤੇ ਆਪਣੇ ਆਪ ਉਂਗਲ ਤਾਂ ਨੂੰ ਉੱਠਦੀ ਕਿ ਨਹੀਂ? ਇਹ ਜਗ ਭੁੱਲਾ ਤੈਂ ਆਪ ਭੁਲਾਇਆ ਹੈ ਪ੍ਰਮਾਤਮਾ, ਜਿਹੜਾ ਇਹ ਜਗ ਭੁੱਲਿਆ ਫਿਰਦਾ ਨਾ, ਇਹ ਤੂੰ ਆਪ ਭੁਲਾਇਆ ਹੋਇਆ। ਤੇ ਤੁਸੀਂ ਬੇਸ਼ੱਕ ਜਾ ਕੇ ਨਾ ਬਾਅਦ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਦਾ ਦਰਪਣ ਖੋਲ ਲੈਣਾ, ਤੇ ਉਹਦੇ ਵਿੱਚ ਵੀ ਤੁਹਾਨੂੰ ਇਹ ਕਨਫਿਊਜ਼ਨ ਮਿਲੂਗੀ। ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਇਹਦੇ ਅਰਥ ਇੰਝ ਹੀ ਕੀਤੇ ਹੋਏ ਨਾ, ਵੀ ਜਿਹੜੇ ਸਾਡੇ ਵਿੱਚ ਕਮੀਆਂ ਨਾ, ਜਿਹੜੇ ਸਾਡੇ ਵਿੱਚ ਤੁਰੀਟੀਆਂ ਨਾ, ਜਿਹੜੇ ਭੁਲੇਖੇ ਨਾ, ਉਹ ਰੱਬ ਨੇ ਖੁਦ ਪਾਏ ਹੋਏ ਨੇ। ਇਹ ਜਗ ਭੁੱਲਾ ਤੇ ਆਪ ਭੁਲਾਇਆ। ਸੋ ਇਹ ਫੈਸਲਾ ਕਰਨਾ ਪੈਣਾ ਸਿੱਖ ਨੂੰ ਕਿ ਆਪ ਪਰਮਾਤਮਾ ਵਾਸਤੇ ਵਰਤਿਆ ਜਾਂ ਫਿਰ ਆਪ ਸਾਡੇ ਵਾਸਤੇ ਵਰਤਿਆ। ਇਟ ਕਮਸ ਇਨ ਬੋਥ ਕੰਟੈਕਸਟ। ਸੋ ਇਹ ਫੈਸਲੇ ਸਾਨੂੰ ਕਰਨੇ ਪੈਂਦੇ ਆ। ਦੂਜਾ, ਹੁਕਮ ਦਾ ਕਨਫਿਊਜ਼ਨ ਦੀ ਜਿਹੜੀ ਜੜ ਹੈ ਨਾ, ਉਹ ਹੈਗੀ ਹੈ ਜਿਹੜਾ ਰੱਬ ਦਾ ਸੰਕਲਪ ਹੈ, ਉਹ ਸਾਡੇ ਵਿੱਚ ਕਨਫਿਊਜ਼ ਹੋਇਆ ਸਿੱਖਾਂ ਦੇ ਵਿੱਚ। ਅਸੀਂ ਇੰਨੇ ਸਾਲਾਂ ਤੋਂ ਸਾਡੇ ਪ੍ਰਚਾਰਕਾਂ ਤੋਂ, ਰਾਗੀਆਂ, ਰਬਾਬੀਆਂ, ਕਥਾਕਾਰਾਂ ਤੋਂ ਸੁਣਦੇ ਆਏ ਆ, ਰੱਬ ਮਾਈਕਰੋ ਮੈਨੇਜ ਕਰਦਾ, ਰੱਬ ਸਾਰਾ ਕੁਝ ਕਰਦਾ, ਰੱਬ ਹੀ ਰੱਬ ਹੈ, ਰੱਬ ਤੋਂ ਬਗੈਰ ਕੁਛ ਨਹੀਂ। ਸੋ ਇਹ ਸਾਡੇ ਮਨ ਦੇ ਵਿੱਚ ਬਿਠਾਇਆ ਹੋਇਆ ਕਿ ਰੱਬ ਕਿਤੇ ਬਾਹਰ ਬੈਠਾ, ਕਿਤੇ ਉੱਪਰ ਬੈਠਾ, ਤੇ ਉਹ ਮਾਈਕਰੋ ਮੈਨੇਜ ਕਰ ਰਿਹਾ। ਸੋ ਜੇ ਇਹ ਰੱਬ ਦਾ ਸੰਕਲਪ ਹੈ ਸਾਡੇ ਮਨ ਦੇ ਵਿੱਚ ਨਾ, ਫਿਰ ਪਿਆਰਿਓ ਜਿਹੜਾ ਹੁਕਮ ਦਾ ਸੰਕਲਪ ਹੈ ਇਹ ਵੀ ਕਨਫਿਊਜ਼ ਹੋ ਜਾਂਦਾ। ਤੀਜੀ ਗੱਲ, ਜਦੋਂ ਸਿੱਖ ਇਹ ਸਮਝਣਾ ਸ਼ੁਰੂ ਕਰੇ ਨਾ ਕਿ ਮੇਰੀ ਜ਼ਿੰਮੇਵਾਰੀ ਕੀ ਹੈ, ਜਦੋਂ ਅੰਗਰੇਜ਼ੀ ਦੇ ਵਿੱਚ ਆਪਾਂ ਕਹਿੰਦੇ ਆ ਰਿਸਪੌਂਸਿਬਿਲਿਟੀਜ਼ ਐਂਡ obligations to the self, to the family, to the community, and to society, and to the world, and what are my responsibilities? So ਮੇਰੀਆਂ ਜ਼ਿੰਮੇਵਾਰੀਆਂ ਕੀ ਨਾ, ਇੱਥੇ ਫਿਰ ਜਦੋਂ ਅਸੀਂ ਸਮਝ ਲਵਾਂਗੇ ਨਾ ਕਿ ਮੇਰੀਆਂ ਜ਼ਿੰਮੇਵਾਰੀਆਂ ਕੀ ਨੇ, ਫਿਰ ਹੁਕਮ ਦੀ ਸਮਝ ਵੀ ਕਲੈਰਿਟੀ ਆਉਣੀ ਸ਼ੁਰੂ ਹੁੰਦੀ ਹੈ ਵੀ ਰੱਬ ਦੀ ਜ਼ਿੰਮੇਵਾਰੀ ਕਿੱਥੋਂ ਤੱਕ ਹੈ ਤੇ ਮੇਰੀ ਕਿੱਥੋਂ ਤੱਕ ਹੈ। ਰੱਬ ਦੀ ਜ਼ਿੰਮੇਵਾਰੀ ਕਿੱਥੇ ਖਤਮ ਹੁੰਦੀ ਹੈ, ਕਿੱਥੇ ਸ਼ੁਰੂ ਹੁੰਦੀ ਹੈ ਮੇਰੇ ਜੀਵਨ ਦੇ ਵਿੱਚ, ਤੇ ਮੇਰੇ ਜੀਵਨ ਦੇ ਵਿੱਚ ਮੇਰੀ ਜ਼ਿੰਮੇਵਾਰੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਖਤਮ ਹੁੰਦੀ ਹੈ। ਇਹ ਲਾਈਨ ਹੈ ਇੱਕ ਬਿਟਵੀਨ ਰਿਸਪੌਂਸਿਬਿਲਿਟੀ ਆਫ ਦ ਡਿਵਾਈਨ ਐਂਡ ਰਿਸਪੌਂਸਿਬਿਲਿਟੀ ਆਫ ਦ ਸੈਲਫ, ਆਫ ਦ ਕੌਨਸ਼ੀਅੰਸ। ਚੌਥੀ ਗੱਲ ਇਹ ਹੈ, ਹੋਪਫੁਲੀ ਇਹਦੇ ਨਾਲ ਵੀ ਕਲੈਰਿਟੀ ਆਊਗੀ, ਵੀ there are different levels of ਹੁਕਮ। ਭੈਣ ਜੀ ਨੇ ਇੱਕ ਪੰਕਤੀ ਬੋਲੀ ਸੀ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੋ ਜਿਹੜਾ ਇੱਥੇ ਬ੍ਰਹਮੰਡ ਲਫ਼ਜ਼ ਹੈ ਉਹ ਬਾਹਰਲਾ ਬ੍ਰਹਮੰਡ ਆ, ਤੇ ਜਿਹੜਾ ਪਿੰਡ ਹੈ, ਪਿੰਡ ਸਰੀਰ ਨੂੰ ਕਹਿੰਦੇ, ਪਿੰਡੇ ਨੂੰ ਕਹਿੰਦੇ ਆ, ਸਾਡੇ ਮਨ ਨੂੰ, ਸਾਡੀ ਰੂਹਾਨੀਅਤ ਨੂੰ ਤੇ ਸਾਡੇ ਸਰੀਰ ਨੂੰ। ਸੋ ਇੱਕ ਬਾਹਰਲੇ ਬ੍ਰਹਮੰਡ ਦਾ ਹੁਕਮ ਹੈ, ਅੰਗਰੇਜ਼ੀ ਦੇ ਵਿੱਚ ਇਹਨੂੰ ਆਪਾਂ ਫਿਜ਼ੀਕਲ ਹੁਕਮ ਕਹਿ ਲਈਏ, ਤੇ ਗੁਰਬਾਣੀ ਦਾ ਲਫ਼ਜ਼ ਹੈ ਬ੍ਰਹਮੰਡ ਦਾ ਹੁਕਮ। ਜਿਵੇਂ ਤੁਹਾਨੂੰ ਪੰਕਤੀ ਮਿਲੂਗੀ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਚਲਤਨਾ ਅੰਤ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ। ਇਹ ਬ੍ਰਹਮੰਡ ਦੇ ਹੁਕਮ ਦੀ ਗੱਲ ਹੈ ਵੀ ਜਿਹੜਾ ਸੂਰਜ ਤੇ ਚੰਦ ਹੈ ਉਹ ਬ੍ਰਹਮੰਡ ਦੇ ਹੁਕਮ ਦੇ ਵਿੱਚ ਬਣਿਆ ਹੋਇਆ। ਤੋ ਇਸ ਹੁਕਮ ਤੋਂ, ਬ੍ਰਹਮੰਡ ਵਾਲੇ ਹੁਕਮ ਤੋਂ ਸਿਰਫ ਅਸੀਂ ਇੰਸਪਾਇਰ ਹੋਣਾ, ਹੋਰ ਸਾਡੇ ਵਿੱਚ ਕੋਈ ਲੈਣ ਦੇਣ ਨਹੀਂ ਹੈ ਇਸ ਹੁਕਮ ਦੇ ਨਾਲ। No concern to me. I cannot do anything about it. ਇਸ ਹੁਕਮ ਦੇ, ਇਹਨੂੰ ਹੁਕਮ ਨੂੰ ਮੈਂ ਸਮਝ ਸਕਦਾ, ਜਾਣ ਸਕਦਾ, ਪਰ ਇਹਨੂੰ ਅਪਣਾਉਣਾ, ਇਹਦੇ ਅਨੁਸਾਰ ਚੱਲਣਾ ਨਾ ਚੱਲਣਾ, ਇਹ ਸਾਰਾ ਕੁਝ ਮੇਰੇ ਵੱਸ ਦੇ ਵਿੱਚ ਨਹੀਂ ਹੈ। No concern to me. I cannot do anything. ਹੁਣ ਇੱਕ ਪੰਕਤੀ ਆਉਂਦੀ ਹੈ ਗੁਰਬਾਣੀ ਦੇ ਵਿੱਚ, ਇਹ ਪੰਜਵੀਂ ਗੱਲ ਹੈ ਕਲੈਰਿਟੀ ਵਾਸਤੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਸ਼ਾਇਦ ਤੁਸੀਂ ਵਿਚਾਰ ਕਰ ਲਈ ਹੋਣੀ ਆ ਪਿਛਲੇ ਸੈਸ਼ਨ ਦੇ ਵਿੱਚ ਜਾਂ ਪਹਿਲੇ ਸੈਸ਼ਨ ਦੇ ਵਿੱਚ। ਸਚਿਆਰਾ ਦਾ ਭਾਵ ਹੈ ਡਿਵਾਈਨ ਬੀਇੰਗ, ਕ੍ਰੀਏਟਰ, ਕਨੈਕਟਡ ਬੀਇੰਗ ਕਹਿ ਲਓ, ਹੁਕਮ ਦੇ ਨਾਲ ਜੁੜਿਆ ਹੋਇਆ ਇਨਸਾਨ ਕਹਿ ਲਓ, ਜਾਂ ਰੱਬ ਦੇ ਨਾਲ ਜੁੜਿਆ ਹੋਇਆ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਤੇ ਅਗਲੀ ਪੰਕਤੀ ਹੈ, ਹੁਕਮ ਰਜਾਈਨ ਚੱਲਣਾ, ਨਾਨਕ ਲਿਖਿਆ ਨਾਲ। ਸੋ ਇੱਥੇ ਹੁਣ ਫੈਸਲਾ ਕਰਨਾ ਕਿ ਇਹ ਹੁਕਮ, ਕਿਹੜੇ ਹੁਕਮ ਦੀ ਗੱਲ ਹੋ ਰਹੀ ਹੈ, ਕਿਹੜੇ ਲੈਵਲ ਦੀ, ਕਿਹੜੇ ਪੱਧਰ ਦੀ ਗੱਲ ਹੋ ਰਹੀ ਹੈ। ਸੋ ਮੈਂ ਕਹਿ ਕੇ ਹਟਿਆ ਸੀ ਕਿ ਇੱਕ ਬ੍ਰਹਮੰਡ ਵਾਲਾ ਹੁਕਮ ਹੈ, ਫਿਜ਼ੀਕਲ ਲਾਅ ਆਫ ਨੇਚਰ,
Chand, Suraj, the gravitational force, the earth going around the sun, the moon going around the earth, ਭਾਵੇਂ ਸੂਰਜ ਭਾਵੇਂ ਚੰਦ ਕੋ ਪ੍ਰੋੜੀ ਚਲਤਨਾ ਅੰਤ, ਇਹ ਹੁਕਮ ਹੈ। ਹੁਣ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਇਹ ਉਸ ਹੁਕਮ ਦੀ ਗੱਲ ਹੋ ਰਹੀ ਹੈ, ਉਸ ਲੈਵਲ ਦੀ ਹੋ ਰਹੀ ਹੈ, ਜਾਂ ਫਿਰ ਜਿਹੜਾ ਪਿੰਡ ਵਾਲਾ ਹੁਕਮ ਹੈ, ਜਿਹਨੂੰ ਆਪਾਂ ਪਰਸਨਲ ਹੁਕਮ ਕਹਿ ਲਓ ਜਾਂ ਸਪਿਰਿਚੁਅਲ ਹੁਕਮ ਕਹਿ ਲਓ, ਉਸ ਹੁਕਮ ਦੀ ਗੱਲ ਹੋ ਰਹੀ ਹੈ। ਤੋ ਇੱਥੇ ਫਿਰ ਇਹ ਮੰਨਣਾ ਪਊਗਾ ਵੀ ਉਹ ਸੂਰਜ ਚੰਦ ਵਾਲੇ ਹੁਕਮ ਦੀ ਇੱਥੇ ਗੱਲ ਨਹੀਂ ਹੋ ਰਹੀ। ਉਹ ਫਿਜ਼ੀਕਲ ਲਾਅ ਇੱਥੇ ਚੱਲਣ ਦਾ ਮਤਲਬ ਨਹੀਂ ਹੈਗਾ। ਨਾਨਕ ਹੁਕਮ ਰਜਾਈ ਚੱਲਣਾ is not about the physical ਹੁਕਮ being in operation. ਸੋ ਹੁਕਮ ਰਜਾਈ ਚੱਲਣਾ ਇਹ ਕਿਸੇ ਹੋਰ ਲੈਵਲ ਦੀ ਗੱਲ ਹੈ। ਨਾਨਕ ਲਿਖਿਆ ਨਾਲ ਇੱਥੋਂ ਹੁਣ ਸਾਨੂੰ ਇਸ਼ਾਰੇ ਮਿਲਦੇ ਨਾ ਕਿ ਇਹ ਜਿਹੜਾ ਹੁਕਮ ਹੈ ਨਾ, ਇਹ ਸਾਡੇ ਅੰਦਰ ਹੈ। ਹੁਣ ਅੰਦਰ ਇੱਕ ਹੁਕਮ ਹੈ ਜਿਹਨੂੰ ਆਪਾਂ ਸਪਿਰਿਚੁਅਲ ਹੁਕਮ ਕਹਿੰਦੇ ਆ, ਪਿੰਡ ਦਾ ਹੁਕਮ ਕਹਿੰਦੇ ਆ। ਇੱਕ ਬ੍ਰਹਿਮੰਡ ਦਾ ਹੁਕਮ ਹੈ, ਇੱਕ ਪਿੰਡ ਦਾ ਹੁਕਮ ਹੈ। ਹੁਣ ਫਰਕ ਇਹ ਹੈ ਕਿ ਬ੍ਰਹਿਮੰਡ ਦੇ ਹੁਕਮ ਬਾਰੇ ਮੈਂ ਕੁਝ ਕਰ ਨਹੀਂ ਸਕਦਾ। ਮੈਂ ਮੰਨਾ ਨਾ ਮੰਨਾ ਕਿ ਸੂਰਜ ਘੁੰਮਦਾ ਹੈ ਜਾਂ ਧਰਤੀ ਘੁੰਮਦੀ ਹੈ, ਮੈਂ ਮੰਨਾ ਨਾ ਮੰਨਾ, ਉਹ ਤੇ ਹੋ ਹੀ ਜਾਣਾ। ਉਹਦੇ ਵਿੱਚ ਮੇਰਾ ਕੋਈ ਨਾ ਹਿੱਸਾ ਹੈ, ਨਾ ਮੇਰਾ ਰੋਲ ਹੈ, ਨਾ ਕੋਈ ਓਬਲੀਗੇਸ਼ਨ ਹੈ। ਪਰ ਜਿਹੜਾ ਆਹ ਹੁਕਮ ਹੈ ਨਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਲਾ ਹੁਕਮ ਹੈ, ਜਿਹੜਾ ਅੰਦਰ ਦਾ ਹੁਕਮ ਹੈ, ਰੂਹਾਨੀਅਤ ਵਾਲਾ ਹੁਕਮ ਹੈ, this is something I can do something about। ਸੋ ਬਾਣੀ ਵਿੱਚ ਥਾਂ ਥਾਂ ਹੁਣ ਪੰਕਤੀਆਂ ਮਿਲਦੀਆਂ ਨਾ ਇਸ ਅੰਦਰ ਦੇ ਹੁਕਮ ਬਾਰੇ, ਜਿਵੇਂ ਜਿਹਾ ਬੀਜੈ ਸੋ ਲੁਣਾ, ਕਰਮਾ ਸੰਦੜਾ ਖੇਤ। ਇਹ ਹੁਣ ਬ੍ਰਹਿਮੰਡ ਦੇ ਹੁਕਮ ਦੀ ਗੱਲ ਨਹੀਂ ਹੋ ਰਹੀ। ਇੱਥੇ ਹੁਣ ਵਿਚਾਰ ਕਰਕੇ ਸੋਚਣਾ ਪਊਗਾ ਵੀ ਇਹ ਸਾਡਾ ਜਿਹੜਾ ਅੰਦਰ ਦਾ ਹੁਕਮ ਹੈ, ਜਿਸ ਹੁਕਮ ਰਜਾਈ ਚੱਲਣਾ ਨਾਲ ਵਾਲੇ ਹੁਕਮ ਦੀ ਗੱਲ ਹੈ, ਉਹਦੀ ਹੋ ਰਹੀ ਹੈ। ਜਿਹਾ ਬੀਜੈ ਸੋ ਲੁਣਾ, ਕਰਮਾ ਸੰਦੜਾ ਖੇਤ ਇੱਕ ਹੁਕਮ ਹੈ, ਜੋ ਬੀਜੇਗਾ ਉਹ ਤੈਨੂੰ ਭੁਗਤਣਾ ਪਵੇਗਾ। ਆਪੇ ਬੀਜ ਆਪੇ ਹੀ ਖਾ, ਗੁਰੂ ਨਾਨਕ ਦੀ ਪੰਕਤੀ ਹੈ। ਜਿਹਾ ਬੀਜੇ ਉਹ ਗੁਰੂ ਅਰਜਨ ਪਾਤਸ਼ਾਹ ਦੀ ਪੰਕਤੀ ਸੀ। ਆਪਣਾ ਹੱਥੀਂ ਆਪਣਾ ਇੱਕ ਹੋਰ ਪੰਕਤੀ ਹੈ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ। ਇੱਥੇ ਵੀ ਹੁਕਮ ਦੀ ਗੱਲ ਹੋ ਰਹੀ ਹੈ ਕਿ ਹੁਕਮ ਇਹ ਹੈ ਕਿ ਜੋ ਕੁਝ ਤੂੰ ਆਪਣੇ ਆਪ ਦਾ ਸਵਾਰਨਾ ਹੈ ਨਾ, ਸਵਾਰਨਾ ਕਰਨਾ ਹੈ, ਉਹ ਸਭ ਕੁਝ ਤੇਰੇ ਹੱਥ ਦੇ ਵਿੱਚ ਹੈ ਕਿ ਤੂੰ ਕਰਨਾ ਕਿ ਨਹੀਂ ਕਰਨਾ। ਜਿਵੇਂ ਭੈਣ ਜੀ ਬੜੇ ਸੋਹਣੇ ਤਰੀਕੇ ਨਾਲ will ਦੀ ਗੱਲ ਕਰ ਰਹੇ ਸੀ, how much of free will that we have। ਹੁਣ ਜੇ ਆਪਾਂ ਇਹ ਰੱਬ ਤੇ ਸੁੱਟ ਦਈਏ ਨਾ, ਆਪਣ ਹੱਥੀਂ ਆਪਣਾ ਆਪੇ ਹੀ ਕਾਂਡ ਸਵਾਰੀਆ, ਵੀ ਰੱਬ ਆਪਣੇ ਕੰਮ ਆਪੇ ਕਰੀ ਜਾਂਦਾ, ਜਦੋਂ ਉਹਨੂੰ ਭਾਵਿਆ ਤੇ ਉਹਨੂੰ ਚਾਹਿਆ ਤਾਂ ਉਹਨੇ ਮੇਰਾ ਵੀ ਸਵਾਰ ਦੇਣਾ। ਫਿਰ ਇੱਥੇ ਸਮਝ ਨਹੀਂ ਪੈਣੀ, ਫਿਰ ਇੱਥੇ ਭੰਬਲ ਭੂਸੇ ਵਿੱਚ ਪੈ ਜਾਵਾਂਗੇ, ਭੁਲੇਖੇ ਵਿੱਚ ਪੈ ਜਾਵਾਂਗੇ। So what is being said here is the spiritual ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜਿਹਨੂੰ ਸਿੰਪਲ ਅੰਗਰੇਜ਼ੀ ਵਿੱਚ is the law of choice and consequence। ਜਿਹੜਾ ਬ੍ਰਹਿਮੰਡ ਦਾ ਹੁਕਮ ਹੈ ਉਹ ਹੈਗਾ ਫਿਜ਼ੀਕਲ ਹੁਕਮ, and that is in English called the law of nature। ਤੇ ਜਿਹੜਾ ਸਾਡੇ ਅੰਦਰ ਦਾ ਹੁਕਮ ਹੈ, ਰੂਹਾਨੀਅਤ ਵਾਲਾ ਹੁਕਮ ਹੈ, ਜਿਹਦੇ ਨਾਲ ਸਾਨੂੰ ਤਲੁਕਾਤ ਹੈ, ਜਿਹਦੇ ਬਾਰੇ ਅਸੀਂ ਕੁਝ ਕਰ ਸਕਦੇ ਹਾਂ, ਸਾਨੂੰ ਚੋਇਸ ਹੈ, ਉਹਦਾ ਨਾਮ ਹੈ the ਹੁਕਮ of choice and consequences। ਚੋਇਸ ਸਾਡੇ ਹੱਥ ਵਿੱਚ ਹੈ, consequence ਸਾਡੇ ਹੱਥ ਵਿੱਚ ਨਹੀਂ ਹੈ। ਤੇ ਜਿਹੜਾ ਬ੍ਰਹਿਮੰਡ ਦਾ ਹੁਕਮ ਹੈ, ਫਿਜ਼ੀਕਲ ਲਾਅ ਹੈ, ਉਹਦੇ ਵਿੱਚ ਸਾਡੀ ਕੋਈ ਚੋਇਸ ਨਹੀਂ ਤੇ ਸਾਡਾ ਕੋਈ consequence ਨਹੀਂ, ਉਹ ਤੇ ਹੈ ਹੀ ਹੈ। ਪਰ ਜਿਹੜਾ ਸਾਡੇ ਅੰਦਰ ਦਾ ਹੁਕਮ ਹੈ ਨਾ, ਸਾਡੇ ਤੇ ਲਾਗੂ ਹੁੰਦਾ, ਜਿਹੜਾ ਅਸੀਂ ਕਰਨਾ ਹੈਗਾ, ਜਿਵੇਂ ਆਪੇ ਬੀਜ ਆਪੇ ਹੀ ਖਾ, ਆਪਣ ਹੱਥੀਂ ਆਪਣਾ ਆਪੇ ਬੀਜੈ ਜਿਹਾ ਬੀਜੈ ਸੋ ਲੁਣਾ, ਆਪਣ ਹੱਥੀਂ ਆਪਣਾ, ਇਹਦੇ ਵਿੱਚ ਸਾਡੀ ਚੋਇਸ ਹੈ ਤੇ ਇਹਦੀ ਚੋਇਸਿਸ ਦੀ ਫਿਰ ਕੌਨਸੀਕੁਐਂਸਸ ਹੈ। ਤੇ ਸਾਡਾ ਮਸਲਾ ਇਹ ਹੈ ਕਿ ਅਸੀਂ ਚੋਇਸ ਕਰ ਲੈਂਦੇ ਹਾਂ ਪਰ ਸਾਨੂੰ ਕੌਨਸੀਕੁਐਂਸ ਪ੍ਰਵਾਨ ਨਹੀਂ ਹੁੰਦੀ। ਅਸੀਂ ਚੋਇਸਿਸ ਕਰ ਲੈਂਦੇ ਹਾਂ, but when it comes time to face the consequences, ਫਿਰ ਪਤਾ ਕੀ ਹੁੰਦਾ, ਫਿਰ ਅਸੀਂ ਅਰਦਾਸ ਕਰਨ ਲਈ ਖੜੇ ਹੋ ਜਾਂਦੇ ਹਾਂ ਕਿ ਚੋਇਸਿਸ ਅਸੀਂ ਕੀਤੀਆਂ ਸੀ, ਪਰ ਜਦੋਂ ਕੌਨਸੀਕੁਐਂਸਸ ਸਾਨੂੰ ਪਸੰਦ ਨਹੀਂ, ਫਿਰ ਅਸੀਂ ਹੱਥ ਜੋੜ ਕੇ ਟੂੰ ਟਾਕਰ ਟੁੰਪੈ ਅਰਦਾਸ ਕਰਨ ਲੱਗ ਜਾਂਦੇ ਹਾਂ ਵੀ ਸੱਚੇ ਪਾਤਸ਼ਾਹ ਜਿਹੜਾ ਕੌਨਸੀਕੁਐਂਸ ਹੈ ਨਾ, ਇਹਨੂੰ ਦੂਰ ਕਰ ਦੇ। ਫਿਰ ਅਸੀਂ ਸਹਿਜ ਪਾਠ ਆਰੰਭ ਕਰ ਦਿੰਦੇ ਹਾਂ, ਫਿਰ ਅਸੀਂ ਖੰਡ ਪਾਠ ਕਰ ਦਿੰਦੇ ਹਾਂ, ਫਿਰ ਅਸੀਂ ਕਿਤੇ ਗੁਰਦੁਆਰੇ ਵਿੱਚ ਚੱਲ ਜਾਂਦੇ ਹਾਂ, ਮੱਥੇ ਟੇਕ ਕੇ ਨੱਕ ਰਗੜ ਕਹਿੰਦੇ ਹਾਂ ਕਿ ਚੋਇਸਿਸ ਅਸੀਂ ਕੀਤੀਆਂ ਪਰ ਜਿਹੜੀ ਕੌਨਸੀਕੁਐਂਸਸ ਹੈ ਉਹ ਸਾਨੂੰ ਪ੍ਰਵਾਨ ਨਹੀਂ। ਹੁਣ ਮੈਂ ਐਗਜ਼ਾਮਪਲ ਦੇਵਾਂ
ਤਿੰਨ ਐਗਜ਼ਾਮਪਲ ਲੈ ਲਓ, ਸਿਹਤ ਦੀ ਗੱਲ ਲੈ ਲਓ, ਵਿਦਿਆ ਦੀ ਗੱਲ ਲੈ ਲਓ, ਕਮਾਈ ਦੀ ਗੱਲ। ਸਿਹਤ ਸੰਭਾਲੀ ਨਹੀਂ, ਇਹ ਚੋਇਸਸ ਹੈ, ਫ੍ਰੀ ਵਿਲ ਹੈ ਇਹਦੇ ਵਿੱਚ। ਪਰ ਕੌਨਸੀਕੁਐਂਸਸ ਜਿਹੜੀ ਬਿਮਾਰੀ ਹੈ ਉਹ ਸਾਡੇ ਹੱਥ ਨਹੀਂ, ਬਿਮਾਰੀ ਤੇ ਆਏਗੀ। ਹੁਣ ਜਦੋਂ ਬਿਮਾਰੀ ਆਈ ਹੈ ਫਿਰ ਸਾਡੀ ਅਰਦਾਸ ਹੈ, ਸੱਚੇ ਪਾਤਸ਼ਾਹ ਇਹ ਜਿਹੜੀ ਬਿਮਾਰੀ ਆਈ ਹੈ ਨਾ ਮੈਨੂੰ, ਇਹ ਤੂੰ ਮਿਹਰਬਾਨੀ ਕਰਕੇ ਗੁਆਂਢੀ ਨੂੰ ਦੇ ਦੇ ਜਾਂ ਕਿਸੇ ਹੋਰ ਨੂੰ ਦੇ ਦੇ। ਵਿਦਿਆ ਦੀ ਗੱਲ ਹੈ, ਉਪਰਾਲਾ ਕੋਈ ਕੀਤਾ ਨਹੀਂ। ਜਦੋਂ ਅਸਫਲਤਾ ਆਉਣੀ ਸ਼ੁਰੂ ਹੋਈ ਹੈ ਉੱਥੇ ਫਿਰ ਅਰਦਾਸ ਕਰਤੀ ਕਿ ਸੱਚੇ ਪਾਤਸ਼ਾਹ ਅਸਫਲਤਾ ਤੂੰ ਕਿਸੇ ਨੂੰ ਹੋਰ ਦੇ ਦੇ, ਮੈਨੂੰ ਸਟ੍ਰੇਟ ਏਜ ਦੇ ਦੇ। ਤੇ ਕਮਾਈ ਦੀ ਗੱਲ ਹੈ ਕਿ ਮਿਹਨਤ ਕੋਈ ਕੀਤੀ ਨਹੀਂ, ਇਹ ਚੋਇਸਸ ਹੈ। ਹੁਣ ਗਰੀਬੀ ਆ ਗਈ ਹੈ ਤੇ ਇਹ ਵੀ ਫਿਰ ਸੁੱਟ ਦਿੱਤੀ ਰੱਬ ਦੇ ਉੱਤੇ ਵੀ ਸੱਚੇ ਪਾਤਸ਼ਾਹ ਹੁਣ ਅਰਦਾਸ ਹੈ ਕਿ ਮੇਰੀ ਗਰੀਬੀ ਦੂਰ ਕਰ ਤੇ ਛੱਟ ਪਾਰ ਕੇ ਨਾ ਤੂੰ ਹੁਣ ਮੈਨੂੰ ਮਾਇਆ ਦੇ ਢੇਰ ਲਾ ਦੇ। ਹੁਣ ਇੱਥੇ ਰੱਬ ਦੇ ਹੁਕਮ ਦੀ ਗੱਲ ਨਹੀਂ ਹੋ ਰਹੀ, ਫਿਜ਼ੀਕਲ ਹੁਕਮ ਦੀ ਗੱਲ ਨਹੀਂ ਹੋ ਰਹੀ, ਬ੍ਰਹਿਮੰਡ ਵਾਲੇ ਹੁਕਮ ਦੀ ਗੱਲ ਨਹੀਂ ਹੋ ਰਹੀ। ਇੱਥੇ ਸਾਡਾ ਬੀਜਿਆ ਹੁਕਮ ਦੀ ਗੱਲ ਹੋ ਰਹੀ ਹੈ ਕਿ ਜਿਹੜਾ ਸਾਡਾ ਬੀਜਾ ਹੈ ਨਾ ਗੱਲ, ਇਹਦੀ ਗੱਲ ਹੋ ਰਹੀ ਹੈ। ਸੋ ਫਿਜ਼ੀਕਲ ਐਂਡ ਸਪਿਰਿਚੁਅਲ ਇਹ ਫਰਕ ਨੂੰ ਆਪਾਂ ਜੇ ਸਮਝ ਲਵਾਂਗੇ ਨਾ, ਬ੍ਰਹਿਮੰਡ ਤੇ ਪਿੰਡ ਵਾਲੇ ਹੁਕਮ ਨੂੰ, ਆਈ ਥਿੰਕ we'll get a lot of clarity in this. ਸੋ ਫਿਜ਼ੀਕਲ ਅਗੇਨ ਸਿਰਫ ਸਮਝ ਲਈ ਹੈ, ਬਿਗ ਪਿਕਚਰ ਲਈ ਹੈ, ਮੈਟਾ ਪਿਕਚਰ ਇਨਸਪੀਰੇਸ਼ਨ ਲਈ ਹੈ, ਪਰ ਉਹਦੇ ਵਿੱਚ ਸਾਡਾ ਕੋਈ ਨਹੀਂ ਹੈਗਾ। and we don't need to go there at all. ਜੋ ਬ੍ਰਹਿਮੰਡੇ ਵਾਲੇ ਹੁਕਮ ਹੈ, ਜਿਹੜਾ ਸਪਿਰਿਚੁਅਲ ਹੁਕਮ ਹੈ, ਇਹਦੀ ਵਿਚਾਰ 1429 ਸਫ਼ਿਆਂ ਦੇ ਵਿੱਚ ਕੀਤੀ ਹੈ ਗੁਰੂ ਪਾਤਸ਼ਾਹਾਂ ਨੇ, ਸਾਡੇ ਭਗਤਾਂ ਨੇ, ਸਾਡੇ ਭੱਟਾਂ ਨੇ। ਇਹਦੇ ਨਾਲ ਜੁੜਨਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਇਹ ਸਾਡਾ ਅੰਦਰਲਾ ਹੁਕਮ ਹੈ, ਸਪਿਰਿਚੁਅਲ ਹੁਕਮ ਹੈ, ਰੂਹਾਨੀ ਹੁਕਮ, ਨਾਟ ਦਾ ਬ੍ਰਹਿਮੰਡ ਵਾਲਾ ਹੁਕਮ, ਨਾਟ ਦੈਟ ਹੁਕਮ ਅਦਰਵਾਈਜ਼ ਸਾਨੂੰ ਕਨਫਿਊਸ਼ਨ ਹੋ ਜਾਂਦੀ ਹੈ ਤੇ ਸਾਡੇ ਧਰਮ ਵਿੱਚ ਕਨਫਿਊਸ਼ਨ ਹੋ ਜਾਂਦੀ ਹੈ। ਅਸੀਂ ਦੂਰ ਕਰਨ ਵਾਸਤੇ ਨਾ ਤੁਰ ਪੈਂਦੇ ਆ ਕਿ ਸਾਨੂੰ ਕੌਨਸੀਕੁਐਂਸ ਪਰਵਾਹ ਨਹੀਂ, ਫਿਰ ਅਸੀਂ ਬਲੇਮ ਕਰਨ ਤੇ ਤੁਰ ਪੈਂਦੇ ਆ ਕਿ ਜਿਹੜੀ ਕੌਨਸੀਕੁਐਂਸ ਆ ਇਹ ਰੱਬ ਨੇ ਸਾਨੂੰ ਦਿੱਤੀ ਹੈ। ਫਿਰ ਅਸੀਂ ਡਿਸਕੰਟੈਂਟ ਹੋ ਜਾਂਦੇ ਆ, ਸਾਡੇ ਵਿੱਚ ਬੜੀ ਨਿਰਾਸ਼ਤਾ ਆ ਜਾਂਦੀ ਹੈ ਕਿ ਪਤਾ ਨਹੀਂ ਕਿਉਂ ਰੱਬ ਸਾਰਾ ਮੇਰਾ ਕੰਮ ਹੀ ਪੁੱਠਾ ਕਰੀ ਜਾਂਦਾ, ਬਾਕੀ ਸਾਰੇ ਚੰਗੇ ਭਲੇ ਤੁਰੇ ਫਿਰਦੇ ਆ, ਮੈਨੂੰ ਬਿਮਾਰੀ ਜਾਤੀ, ਬਾਕੀ ਲੋਕਾਂ ਦੇ ਘਰ ਭਰੇ ਪਏ ਨੇ ਮਾਇਆ ਨਾਲ, ਮੈਨੂੰ ਗਰੀਬੀ ਦੇਤੀ ਹੈ। kind of confusion will then start to take over our thing. ਸੋ ਬੇਨਤੀ ਮੈਂ ਅਖੀਰ ਤੇ ਇਹੀ ਕਰਨੀ ਆ ਵੀ ਜੋ ਵੀ ਪੰਕਤੀ ਤੁਹਾਡੇ ਸਾਹਮਣੇ ਆਉਂਦੀ ਨਾ, ਬੜੀ ਸੋਹਣੇ ਤਰੀਕੇ ਨਾਲ ਤੁਸੀਂ ਨਜਿੱਠਿਆ। ਬਸ ਸਿਰਫ ਇਹ ਫੈਸਲਾ ਕਰ ਲੈਣਾ ਕਿ ਇੱਥੇ ਫਿਜ਼ੀਕਲ ਬ੍ਰਹਿਮੰਡ ਵਾਲੇ ਹੁਕਮ ਦੀ ਗੱਲ ਹੋ ਰਹੀ ਆ ਜਾਂ ਸਾਡੇ ਪਿੰਡ ਵਾਲੇ ਹੁਕਮ ਦੀ ਗੱਲ ਹੋ ਰਹੀ ਹੈ, ਸਾਡੇ ਰੂਹਾਨੀ ਹੁਕਮ ਦੀ। ਹੁਕਮ ਹੀ ਹੋਵਣ ਆਕਾਰ। ਇੱਥੇ ਜੇ ਹੁਣ ਤੁਸੀਂ ਰੱਬ ਤੇ ਸੁੱਟਦੇ ਹੋ ਨਾ, ਫਿਰ ਇਹਦਾ ਬਸ ਇਹੋ ਆਨਸਰ ਨਿਕਲਣਾ ਵੀ ਜੋ ਕੁਝ ਆਕਾਰ ਬਣਾਇਆ ਹੋਇਆ ਨਾ, ਸੂਰਜ, ਚੰਦ, ਤਾਰੇ, ਬ੍ਰਹਿਮੰਡ, ਅਰਬ ਵਗੈਰਾ, ਇਹ ਸਾਰਾ ਉਹਦਾ ਬਣਾਇਆ ਹੋਇਆ। ਸੋ ਫਿਰ ਮੇਰਾ ਕੀ ਇਹਦੇ ਵਿੱਚ ਹੈਗਾ? ਹੁਕਮੀ ਹੋਵਣ ਜੀ ਸਾਰੇ ਜੀ ਰੱਬ ਨੇ ਬਣਾਏ ਨਾ। ਸੋ ਨਹੀਂ ਪਿਆਰਿਓ, ਇਹ ਅੰਦਰ ਦੇ ਹੁਕਮਾਂ ਦੀ ਗੱਲ ਹੋ ਰਹੀ ਆ, ਰੂਹਾਨੀ ਹੁਕਮ ਦੀ। ਹੁਕਮੇ ਉਤਮ ਨੀਚ, ਇਹ ਅੰਦਰ ਦੇ ਹੁਕਮ ਦੀ ਗੱਲ ਹੋ ਰਹੀ ਹੈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹੇ ਨਾ ਕੋਏ। ਇੱਥੋਂ ਹੁਣ ਇਸ਼ਾਰਾ ਮਿਲਦਾ ਹਉ ਮੈਂ ਕਹੇ ਨਾ ਕੋਏ, ਵੀ ਇਹ ਮੇਰੇ ਅੰਦਰ ਦੀ ਹੁਕਮ ਮੰਨਣ ਬਾਰੇ ਗੱਲ ਹੋ ਰਹੀ ਹੈ। ਆ ਜਿਹੜਾ ਇੱਕ ਫਰੇਜ਼ ਤੁਸੀਂ ਵਰਤਿਆ ਸੀ ਨਾ, ਹੁਕਮ ਬਗੈਰ ਪੱਤਾ ਨਹੀਂ ਝੁਲਦਾ, ਇੱਥੇ ਵੀ ਫੈਸਲਾ ਕਰਨਾ ਕਿ ਕਿਹੜੇ ਹੁਕਮ ਦੀ ਗੱਲ ਕਰ ਰਹੀ ਹਾਂ, ਕਿ ਇਹ ਅੰਦਰ ਦੇ ਹੁਕਮ ਦੀ ਗੱਲ ਹੈ ਕਿ ਬ੍ਰਹਿਮੰਡ ਦੇ ਹੁਕਮ ਦੀ ਗੱਲ ਹੈ। ਸੋ ਅਸੀਂ ਕਨਫਿਊਸ਼ਨ ਵਿੱਚ ਇਸ ਕਰਕੇ ਪਏ ਆ ਕਿਉਂਕਿ ਸਾਨੂੰ ਸਦੀਆਂ ਹੋ ਗਈਆਂ ਗੁਰਦੁਆਰਿਆਂ ਦੇ ਵਿੱਚ ਕਿਤਾਬਾਂ ਪੜ੍ਹਦੇ ਆ, ਟੀਕੇ ਪੜ੍ਹਦੇ ਆ, ਕਥਾ ਸੁਣਦੇ ਆ, ਇਹ ਕਨਫਿਊਸ਼ਨ ਸਾਡੇ ਵਿੱਚ ਪਾਈ ਗਈ ਹੈ। ਸੋ ਬੜਾ ਸੋਹਣਾ ਤੁਹਾਡਾ ਉਪਰਾਲਾ। ਥੈਂਕ ਯੂ ਫॉर द टाइम allotted to me to say all these things, and I hope I cleared your confusion in a very simple, straightforward manner, which is draw a line between the physical hukum and the spiritual hukum, draw a line between Brahmand da hukum and Pind da hukum, and draw a line between the hukum that in which I have no say, no control, no nothing, but draw a line also in the hukum in which I can make the choices. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਕਰਵਿੰਦਰ ਜੀ, ਤੁਸੀਂ ਨੇ ਬਹੁਤ ਸੋਹਣੇ ਢੰਗ ਨਾਲ ਸਾਡੀ ਚੋਇਸਸ ਉੱਤੇ ਮਤਲਬ ਫੋਕਸ ਕੀਤਾ ਹੈ ਕਿ ਸਾਨੂੰ ਆਪਣੀ ਚੋਇਸ ਦੇ ਹਿਸਾਬ ਨਾਲ ਹੀ ਜਿਵੇਂ ਅਸੀਂ ਚੱਲਦੇ ਹਾਂ ਉਸ ਹਿਸਾਬ ਨਾਲ ਸਾਨੂੰ ਉਹਦਾ ਆਊਟਪੁੱਟ ਮਿਲਦਾ ਹੈ। ਥੈਂਕ ਯੂ ਸੋ ਮਚ। ਔਰ ਮੈਂ ਹੁਣ ਬੁਲਾਵਾਂਗੀ ਸਾਡੇ ਕੋ-ਫਾਊਂਡਰ ਬਲਜੀਤ ਮੈਮ ਨੂੰ। ਹਾਂਜੀ ਬਲਜੀਤ ਮੈਮ। ਤੁਸੀਂ ਹੋ ਬਲਜੀਤ ਮੈਮ? ਮੈਮ ਮਿਊਟ ਨੇ।
और हाँ जी बलजीत मैम। ਮੈਮ ਮਿਊਟ ਨੇ ਔਰ ਉਹ ਹੈ ਨਹੀਂ, ਕੈਮਰੇ ਔਨ ਨਹੀਂ ਉਹਨਾਂ ਦਾ ਕੈਮਰਾ। ਕੋਈ ਗੱਲ ਨਹੀਂ ਮੈਮ, ਤੁਸੀਂ ਕੁਐਸਚਨ ਲੈ ਲਓ ਹੁਣ। ਹਾਂਜੀ ਗੁਰਚਰਨ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਵੀਰ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ। ਮੈਂ ਥੋੜਾ ਜਿਹਾ ਐਡੀਸ਼ਨ ਇੱਕ ਦੋ ਪੁਆਇੰਟ ਕਰਾਂਗਾ, ਖਾਸ ਕਰ ਅਗਲੀ ਜਨਰੇਸ਼ਨ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਹ ਜਿਹੜਾ ਸਬਜੈਕਟ ਹੈ ਉਹਨਾਂ ਨੂੰ ਕਨਵਿੰਸ ਕਰਨ ਵਾਸਤੇ, ਕਲੀਅਰ ਕਰਨ ਵਾਸਤੇ। ਹੁਕਮ ਬੜਾ ਡੂੰਘਾ ਵਿਸ਼ਾ ਹੈ, ਬੜਾ ਲੰਬਾ ਵਿਸ਼ਾ ਹੈ। ਹੁਕਮ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ 13 ਸਰੂਪ, 13 ਡਿਫਰੈਂਟ ਅੱਖਰਾਂ ਵਿੱਚ ਲਿਖਾ ਗਿਆ ਹੈ, 13। ਤੇ ਸ਼ਾਇਦ ਕਈਆਂ ਨੂੰ ਪਤਾ ਹੋਏਗਾ ਪਰ ਕਈਆਂ ਨੂੰ ਨਹੀਂ ਪਤਾ, ਤਾਂ ਜਸਟ ਨੌਲੇਜ ਸੇਕ। ਜੀ ਬਾਕੀ ਬਹੁਤ ਸਾਰੇ ਪੁਆਇੰਟ ਸਾਰੇ ਕਲੀਅਰ ਕਰ ਦਿੱਤੇ ਹੁਕਮ ਬਾਰੇ, ਵੀ ਹੁਕਮ ਮੀਨਸ ਨਿਯਮ ਹੈ, ਨਿਯਮਾਵਲੀ ਹੈ, ਮਰਿਆਦਾ ਹੈ, ਡਿਸਿਪਲਿਨ ਹੈ, ਰਾਈਟ। ਹੁਣ ਸਭ ਤੋਂ ਜਿਹੜਾ ਮੈਂ ਯੂਜ਼ ਕਰਦਾ ਹਾਂ ਉਹ ਹੈ ਹੁਕਮ ਮੀਨਸ ਪਰਮੇਸ਼ਰ ਦਾ, ਉਹਦੀ ਬਣਾਈ ਹੋਈ ਪ੍ਰੋਗਰਾਮਿੰਗ, ਉਹਦਾ ਬਣਾਇਆ ਹੋਇਆ ਸਾਫਟਵੇਅਰ। ਬਸ ਇਹ ਦੋ ਲਫ਼ਜ਼ ਜਦੋਂ ਮੈਂ ਨੌਜਵਾਨਾਂ ਨੂੰ ਕਹਿਣਾ ਹੈ, I don't need to explain much more because they know much better than me what is the programming, what's the software. They know much better than me ਉਹਦਾ ਇੰਟਰਨਲ ਸਿਸਟਮ। ਔਰ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਨੇ ਇਹੋ ਜਿਹੀ ਪ੍ਰੋਗਰਾਮਿੰਗ, ਇਹੋ ਜਿਹੇ ਸਾਫਟਵੇਅਰ ਬਹੁਤ ਦਿੱਤੇ ਹੋਏ ਆ। ਐਂਡ ਇਟ ਸਟਾਰਟ ਫਰਮ ਦਾ ਬਿਗਨਿੰਗ, ਜਿਹਨੂੰ ਅਸੀਂ ਮੰਗਲਾਚਰਨ ਕਹਿੰਦੇ ਹਾਂ, ਸੋ ਕਾਲ ਮੂਲ ਮੰਤਰ ਵੀ ਕਹਿੰਦੇ ਹਨ। That is the first programming of the Guru Nanak। ਇਹਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ, ਦੈਨ ਅਗਲੇ ਪ੍ਰੋਗਰਾਮਿੰਗ, ਅਗਲੇ ਸਾਫਟਵੇਅਰ ਸਮਝ ਆ ਜਾਂਦੇ ਹਨ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੀਰ ਕਰਨ ਜੀ। ਜੀ। ਹਾਂਜੀ ਇੰਦਰਜੀਤ ਕੌਰ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅੱਛਾ ਸੈਸ਼ਨ ਮਿੰਦਰੀ ਭੂਆ ਜੀ ਤੋਂ ਵੀ ਬਹੁਤ ਸੁਣਨ ਨੂੰ ਅੱਛਾ ਮਿਲਿਆ, ਤੇ ਕਰਮਿੰਦਰ ਵੀਰ ਜੀ ਦਾ ਵੀ। ਜਸਟ ਇੱਕ ਕੁਐਸਚਨ ਸੀਗਾ, ਜਿਵੇਂ ਵੀਰ ਜੀ ਕਹਿ ਰਹੇ ਸੀਗੇ ਕਿ ਬ੍ਰਹਿਮੰਡ ਦਾ ਜਿਹੜਾ ਕੌਨਸੀਕੁਐਂਸਿਸ ਹੈਗੇ ਜਾਂ ਲਾਅ ਹੈ ਉਹ ਸਾਡੇ ਹੱਥ 'ਚ ਨਹੀਂ ਹੈ, ਬਟ ਸਾਡੇ ਪਿੰਡ ਦਾ ਜੋ ਵੀ ਅਸੀਂ ਚੋਇਸਿਸ ਕਰਦੇ ਹਾਂ ਉਹਦੇ ਕੌਨਸ਼ੀਅਸ ਜੋ ਹੁੰਦੇ ਨੇ ਉਹ ਵੀ ਸਾਡੇ ਹੱਥ 'ਚ ਨਹੀਂ ਨੇ। ਬਟ ਮੈਨੂੰ ਇੱਥੇ ਲੱਗਦਾ ਹੈ ਕਿ ਉਹ ਵੀ ਸਾਡੇ ਹੱਥ 'ਚ ਤਾਂ ਹੁੰਦੇ ਨੇ ਕਿ ਸਾਡੀ ਚੋਇਸਿਸ ਜਿਵੇਂ ਜਿਹੀਆਂ ਹੋਣਗੀਆਂ ਉਹੀ ਕੌਨਸ਼ੀਅਸਨੈਸ, ਜੋ ਵੀ ਉਹਦਾ ਰਿਜ਼ਲਟ ਹੈ ਉਹ ਸਾਨੂੰ ਮਿਲੇਗਾ। ਤੇ ਉਹ ਇਸ ਹਿਸਾਬ ਨਾਲ ਸਾਡੇ ਹੱਥ 'ਚ ਹੋ ਗਿਆ ਕਿ ਅਗਰ ਅਸੀਂ ਗਲਤ ਚੋਇਸ ਕੀਤੀ ਤੇ ਸਾਡੇ ਨਾਲ ਗਲਤ ਸਾਨੂੰ ਉਹਦਾ ਰਿਜ਼ਲਟ ਮਿਲਿਆ, ਔਰ ਅਗਰ ਚੋਇਸ ਸਹੀ ਹੋਈ ਤੇ ਸਾਨੂੰ ਉਹਦਾ ਰਿਜ਼ਲਟ ਸਹੀ ਹੋ ਗਿਆ। ਤੇ ਆਈ ਥਿੰਕ ਉਹ ਵੀ ਤੇ ਸਾਡੇ ਹੱਥ 'ਚ ਇਸ ਤਰੀਕੇ ਨਾਲ ਹੁੰਦਾ ਹੈ। I want answer from Karminder Veer ji। ਹਾਂਜੀ ਵੀਰ ਜੀ। ਹਾਂਜੀ ਕਰਮਿੰਦਰ ਵੀਰ ਜੀ। ਥੈਂਕ ਯੂ ਭੈਣ ਜੀ, ਯੂ ਗॉट ਇਟ ਰਾਈਟ। Yes। ਜਿਹੜੀ ਚੋਇਸਸ ਹੈ ਨਾ, ਇਹ ਸਾਡੇ ਕੰਟਰੋਲ ਦੇ ਵਿੱਚ ਹੈ, ਸਾਡੇ ਹੱਥ ਵਿੱਚ ਹੈ। ਸੋ ਕੌਨਸੀਕੁਐਂਸਸ ਜੇ ਸਾਡੇ ਹੱਥ ਵਿੱਚ ਕਰਨੀ ਹੈ ਤਾਂ ਉਹ ਇਨਡਾਇਰੈਕਟਲੀ ਹੋਊਗੀ ਥਰੂ ਦਾ ਚੋਇਸਸ। ਸੋ ਇਸ ਕਰਕੇ ਜੇ ਸਾਨੂੰ ਕੌਨਸੀਕੁਐਂਸਸ ਪ੍ਰਵਾਨ ਨਹੀਂ, ਅਸੀਂ ਕੌਨਸੀਕੁਐਂਸਸ ਚੇਂਜ ਨਹੀਂ ਕਰ ਸਕਦੇ, ਪਰ ਅਸੀਂ ਚੋਇਸਸ ਚੇਂਜ ਕਰ ਸਕਦੇ ਹਾਂ। ਸੋ ਇਫ ਯੂ ਡੋਂਟ ਲਾਈਕ ਦ ਕੌਨਸੀਕੁਐਂਸਸ, ਗੋ ਬੈਕ ਐਂਡ ਚੇਂਜ ਦ ਚੋਇਸਸ। ਤੇ ਚੋਇਸਸ ਬਦਲਣ ਦੇ ਨਾਲ ਤੁਹਾਡੇ ਕੌਨਸੀਕੁਐਂਸਸ ਆਪਣੇ ਆਪ ਬਦਲ ਜਾਣਗੇ। ਸੋ ਜੇ ਤੁਸੀਂ ਮੰਨਣਾ ਚਾਹੁੰਦੇ ਹੋ ਵੀ ਇਨਡਾਇਰੈਕਟ ਕੰਟਰੋਲ ਸਾਡੇ ਹੱਥ ਵਿੱਚ ਹੈ, ਠੀਕ ਹੈ, ਮੈਂ ਮੰਨਦਾ ਇਸ ਗੱਲ ਨੂੰ, ਪਰ ਇਹ ਗੱਲ ਲਫ਼ਜ਼ ਜ਼ਰੂਰ ਵਰਤਣਾ ਵੀ ਇਨਡਾਇਰੈਕਟ ਹੈ, ਡਾਇਰੈਕਟ ਕੰਟਰੋਲ ਨਹੀਂ ਹੈ। ਇਹ ਨਹੀਂ ਹੈ ਵੀ ਜੇ ਮੈਂ ਅੰਬ ਦਾ ਬੀਜ ਬੀਜਿਆ, ਜੇ ਆਹ ਬੀਜਿਆ ਸੋ ਲਾਉਣਾ। ਕੇਲਾ ਲੈ ਲਓ, ਕੇਲੇ ਦਾ ਬੀਜ ਬੀਜਿਆ, ਓਕੇ, ਸਾਲ 2 ਸਾਲ ਬਾਅਦ ਜਦੋਂ ਕੇਲਾ ਆਇਆ ਤੇ ਹੁਣ ਕੇਲਾ ਮੈਨੂੰ ਪ੍ਰਵਾਨ ਨਹੀਂ। ਹੁਣ ਇੱਥੇ ਨਹੀਂ ਕਹਿ ਸਕਦਾ ਵੀ ਇਹ ਕੌਨਸੀਕੁਐਂਸਸ ਮੇਰੇ ਹੱਥ ਵਿੱਚ ਹੈ, ਮੈਂ ਹੁਣ ਨਾ ਇੱਥੇ ਕੋਈ ਮੰਤਰ ਪੜ੍ਹ ਕੇ ਤੇ ਇਹ ਕੇਲੇ ਨੂੰ ਸੇਬ ਬਣਾ ਦੇਣਾ ਜਾਂ ਇਹਨੂੰ ਕੁਝ ਹੋਰ ਬਣਾ ਦੇਣਾ। ਹਾਂ, ਜੇ ਮੈਨੂੰ ਕੇਲਾ, ਹਾਂ, ਆਫਟਰ ਦ ਚੋਇਸ, ਜੇ ਕੇਲਾ ਪਸੰਦ ਨਹੀਂ, I go back and make the choice. So the consequence is already in your hands so long as you are aware of the consequence
and you control the consequence prior to making your choices. Prior, Yes. very important hai. After you have made your choice, you cannot have control over the consequences. I hope I clarified things with you. Yeah. Thank you. Thank you. Thank you so much. ਹਾਂਜੀ, ਹੋਰ ਕਿਸੇ ਦਾ ਸਵਾਲ ਹੈ ਜੀ? ਹੈਂਡ ਰੇਜ਼ ਕਰ ਸਕਦੇ ਹੋ। ਮੈਮ ਆਈ ਥਿੰਕ ਕੋਈ ਵੀ ਪੁੱਛਣਾ ਨਹੀਂ ਚਾਹੁੰਦੇ ਨੇ। ਹਾਂਜੀ ਭੂਆ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਅਨਮਿਊਟ ਕਰੋ। ਭੂਆ ਜੀ। I have nothing to say. Dr. Kalminder Singh has made it very, very clear. So that means destiny is in our hand. ਹੁਣ ਸਾਰੇ ਤਿਆਰ ਹੋ ਜਾਓ. You have the power to create your destiny. How? By changing the seeds inside. ਬਸ consequences are going to come. ਪਰ ਅਸੀਂ ਭੁੱਲ ਜਾਂਦੇ ਹਾਂ ਕਦੋਂ ਕੀਤਾ ਸੀ, ਕਿੰਜ ਕੀਤਾ ਸੀ। ਬੇਸ਼ੱਕ ਅਸੀਂ 2 ਸਾਲ ਪਹਿਲੇ ਕੀਤਾ ਸੀ, ਬੀਜਿਆ ਤੇ ਅਸੀਂ ਹੈ। consequences ਪਰ ਕਿਉਂਕਿ ਕਹਿੰਦੇ ਹੁੰਦਾ ਸਭ ਕੁਝ ਉਹਦੇ ਹੁਕਮ ਵਿੱਚ ਹੀ ਹੈ। ਐਵਰੀਥਿੰਗ ਸਾਡੇ ਸਰੀਰ ਚੱਲ ਰਿਹਾ, ਮਨ ਨਹੀਂ ਮੰਨਦਾ। ਨਹੀਂ ਮੈਂ ਤਾਂ ਕੀਤਾ ਹੀ ਨਹੀਂ ਸੀ, ਕਦੋਂ ਕੀਤਾ ਸੀ, ਮੈਨੂੰ ਤਾਂ ਯਾਦ ਹੀ ਨਹੀਂ ਸੀ। ਬਟ ਯੂ ਹੈਵ ਟੂ ਅੰਡਰਸਟੈਂਡ ਦ ਲਾਅ ਕਿ ਜੋ ਤੂੰ ਬੀਜੇਗਾ ਤੈਨੂੰ ਇਹੀ ਮਿਲੇਗਾ। ਦ ਡੈਸਟੀਨੀ ਇਜ਼ ਇਨ ਯੋਰ ਹੈਂਡ। ਹੁਣ ਜਿਤਨੀ ਡੈਸਟੀਨੀ ਅਸੀਂ ਕ੍ਰੀਏਟ ਕਰ ਬੈਠੇ ਹਾਂ, we cannot do anything. But now onwards, create beautiful seeds so that you create a beautiful destiny in future. क्योंकि डेस्टिनी अच्छी होएगी, अंदर बीज अच्छे होंगे ते अंदर भी अरोग हो जाएगा, शरीर भी अरोग हो जाएगा, रिश्ते भी अरोग हो जाएगा। एवरीथिंग विल बी ब्यूटीफुल। सो वेयर डज द चेंज कम? आप सवारे मैं मिलिया सुखोए फरीदा, जे तू मेरा होए रे सब जगह तेरा होए। ਅਸੀਂ ਤੇ ਲੋਕਾਂ ਦੇ ਪਿੱਛੇ ਨੱਚਦੇ ਰਹੇ, ਆਪਣੇ ਆਪ ਨੂੰ ਬਦਲੋ। ਡੋਂਟ ਟਰਾਈ ਟੂ ਚੇਂਜ ਐਨੀਵਨ, ਇਟ ਇਜ਼ ਹਿਟਿੰਗ ਯੋਰ ਹੈਡ ਅਗੇਂਸਟ ਦ ਵਾਲ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਜੀਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਥੈਂਕ ਯੂ। ਮੈਨੂੰ ਇੱਕ ਸਵਾਲ ਕਈ ਵਾਰੀ ਪਰੇਸ਼ਾਨ ਕਰਦਾ ਹੈ, ਔਰ ਕਈ ਵਾਰੀ ਜਦੋਂ ਅਸੀਂ ਕਲਾਸਿਸ ਲੈ ਰਹੇ ਹੁੰਦੇ ਹਾਂ ਬੇਸਿਕ ਦੀਆਂ, ਤੇ ਜੋ ਨਵੇਂ ਸਟੂਡੈਂਟਸ ਆਉਂਦੇ ਨੇ ਉਹ ਵੀ ਸਾਡੇ ਕੋਲੋਂ ਪੁੱਛਦੇ ਨੇ, ਔਰ ਉਹਦਾ ਆਨਸਰ ਅਸੀਂ ਕਦੀ ਵੀ ਨਹੀਂ ਦੇ ਪਾਉਂਦੇ ਆ। ਤੇ ਮੈਂ ਉਹ ਕੁਐਸਚਨ ਪੁੱਛਣਾ ਚਾਹ ਰਹੀ ਸੀ ਵੀਰ ਜੀ ਕੋਲੋਂ ਕਿ ਕਈ ਵਾਰੀ ਅਸੀਂ ਦੇਖਨੇ ਹਾਂ, ਜਿਵੇਂ ਹੁਣੇ ਚੋਇਸਿਸ ਦੀ ਗੱਲ ਹੋ ਰਹੀ ਸੀ, ਤੇ ਕਈ ਵਾਰੀ ਛੋਟਾ ਬੱਚਾ ਹੈ, ਉਹਦੇ ਉੱਤੇ ਕੋਈ ਪਰੇਸ਼ਾਨੀ ਆ ਜਾਂਦੀ ਹੈ, ਜਿਵੇਂ ਕਿ ਉਸਨੇ ਆਪਣੇ ਉਹ ਬੱਚਾ ਬਿਮਾਰ ਹੀ ਪੈਦਾ ਹੋਇਆ, ਤੇ ਉਹ ਜਿਹੜੀ ਉਹਨੂੰ ਤਕਲੀਫ ਹੋਏਗੀ, ਉਹਨੂੰ ਇੰਜੈਕਸ਼ਨਸ ਲੱਗਣਗੇ, ਉਹਨੂੰ ਦਵਾਈਆਂ, ਉਹ ਤੇ ਬਸ ਉਸ ਬੱਚੇ ਨੂੰ ਤਕਲੀਫ ਹੋਏਗੀ। ਜਾਂ किसी बच्चे ने बाय चांस अपने कोई वन ऑफ द पेरेंट लॉस्ट हो गए भी किसी भी वजह नाल। सो क्वेश्चन आंदा है कि फिर उस बच्चे दे ते कुछ ਕੀਤਾ ਹੀ ਨਹੀਂ ਹੈ, ਤੇ ਉਹਦੇ ਉਸਨੂੰ ਕਿਉਂ ਇਤਨਾ ਕਸ਼ਟ ਸਹਿਣਾ ਪਿਆ ਬੱਚੇ ਨੂੰ। ਸੋ ਇਸ ਬਾਰੇ ਅਗਰ ਵੀਰ ਜੀ ਕੁਝ, अगर मेरा क्वेश्चन गलत लगे तो इट्स ओके फाइन, लेकिन अगर वीर जी कुछ पा देन इस बारे कुछ दस देन तो साड़ी बड़ी हेल्प हो जाएगी। कि जो भी चॉइस कॉन्सिक्वेंस ਦੇ ਦਾਇਰੇ ਵਿੱਚ ਨਹੀਂ ਆਉਂਦਾ ਨਾ, ਹੁਣ ਇੱਥੇ ਬੱਚੇ ਨੇ ਕੋਈ ਚੋਇਸ ਨਹੀਂ ਕੀਤੀ, ਸੋ ਇਸ ਕਰਕੇ ਇਹ ਜਿਹੜੀ ਐਗਜ਼ਾਮਪਲ ਤੁਸੀਂ ਦਿੱਤੀ ਆ, let's say a child is born deformed or child born sick or something like that, ਇਹ ਹੁਣ ਬੱਚੇ ਦੇ ਚੋਇਸ ਕਨਸੀਕੁਐਂਸਸ ਦੇ ਦਾਇਰੇ ਵਿੱਚ ਨਹੀਂ ਆ ਸਕਦਾ। ਸੋ ਇੱਥੇ ਫਿਰ ਇਹਨੂੰ ਅਸੀਂ ਹੱਲ ਕਰਾਂਗੇ 2 ਤਰੀਕਿਆਂ ਦੇ ਨਾਲ। ਜਾਂ ਤੇ ਇਸ ਨੂੰ ਹੁਣ ਤੁਸੀਂ ਚੋਇਸ ਕਨਸੀਕੁਐਂਸ ਦੇ ਦਾਇਰੇ, ਮਾਤਾ ਪਿਤਾ ਦੇ ਚੋਇਸ ਕਨਸੀਕੁਐਂਸ ਦੇ ਦਾਇਰੇ ਦੇ ਵਿੱਚ ਪਾ ਦਿਓ। ਉੱਥੇ ਫਿਰ ਤੁਹਾਨੂੰ ਕੋਈ ਥੋੜੇ ਬਹੁਤੇ ਜਵਾਬ ਇਸ ਗੱਲ ਦੇ ਮਿਲ ਸਕਣਗੇ ਕਿ ਮਾਤਾ ਪਿਤਾ ਦੀਆਂ ਚੋਇਸਸ ਕੀਤੀਆਂ, ਜਾਂ ਜਨਰੇਸ਼ਨਲ ਚੋਇਸਸ ਕੀਤੀਆਂ, ਜਾਂ ਐਨਵਾਇਰਨਮੈਂਟਲ ਚੋਇਸਸ ਕੀਤੀਆਂ, ਜਾਂ ਵਰਕ ਐਨਵਾਇਰਨਮੈਂਟ ਦੇ ਚੋਇਸਸ ਜਿਹੜੀਆਂ ਕੀਤੀਆਂ ਸੀ, ਉਹਦਾ ਇੱਕ ਕਨਸੀਕੁਐਂਸ ਹੈ। ਪਰ ਬੱਚੇ ਵਾਸਤੇ ਤੁਸੀਂ ਇਹ ਜਿਹੜਾ ਪੈਰਾਮੀਟਰ ਹੈ ਨਾ, ਪੈਰਾਡਾਈਮ ਹੈ, ਇਹ ਨਹੀਂ ਵਰਤ ਸਕਦੇ। ਸੋ ਬੱਚੇ ਵਾਸਤੇ ਫਿਰ ਤੁਹਾਨੂੰ ਉਹ ਬ੍ਰਹਿਮੰਡ ਵਾਲਾ ਹੁਕਮ ਤੁਹਾਨੂੰ ਐਕਸਪਲੇਨੇਸ਼ਨ ਦੇਵੇਗਾ। ਹੁਣ ਜਿਹੜਾ ਬ੍ਰਹਿਮੰਡ ਵਾਲਾ ਹੁਕਮ ਹੈ, ਉਹ ਇਹ ਕਹਿੰਦਾ ਹੈਗਾ ਕਿ ਜਦੋਂ ਇਨਪੁਟ ਜਿਹੜੀ ਹੈਗੀ ਹੈ ਨਾ,
ਇਨਪੁਟ ਭਾਵ ਜੋ ਮਾਤਾ ਪਿਤਾ ਦਾ ਬਿਹੇਵੀਅਰ ਹੈ, ਮਾਤਾ ਪਿਤਾ ਦੇ ਕਰੈਕਟਰ ਹੈ, ਵਟਐਵਰ ਚੋਇਸਸ ਜਿਹੜੇ ਕੀਤੇ ਹੋਏ ਨਾ, ਉਹਦਾ ਜਿਹੜਾ consequences ਹੈ, it is not just one consequence for just one child. The consequence of the Brahmand is that it's multi-consequential. ਉਹਦਾ consequence, ਹੁਣ ਦੇਖੋ ਦੁੱਖ ਜਿਹੜਾ ਹੁੰਦਾ ਨਾ, ਦੁੱਖ ਜਿਹੜਾ ਹੈਗਾ ਉਹ ਇਹਦਾ ਬੱਚੇ ਨੂੰ ਇੰਨਾ ਦੁੱਖ ਨਹੀਂ ਹੈਗਾ, ਬਿਕਾਜ਼ ਬੱਚੇ ਕੋਲੇ ਉਹ ਕੰਪੈਰੀਟਿਵ ਕੈਪੈਸਿਟੀ ਅਜੇ ਹੈ ਨਹੀਂ। ਜਿਸ ਨੂੰ ਸੁੱਖ ਦਾ ਪਤਾ ਨਹੀਂ ਉਹਨੂੰ ਦੁੱਖ ਦੀ ਕੀ ਸਮਝ ਹੈ। ਬੱਚੇ ਨੂੰ ਨਾ ਸੁੱਖ ਦਾ ਪਤਾ ਅਜੇ, ਸੋ ਉਹਨੂੰ ਦੁੱਖ ਨਹੀਂ ਲੱਗਦਾ, ਬਿਕਾਜ਼ ਉਹਨੂੰ ਸਮਝ ਨਹੀਂ ਹੈ ਸੁੱਖ ਦੀ। ਪਰ ਇਹ ਦੁੱਖ ਉਹਦੇ ਮਾਪਿਆਂ ਨੂੰ, ਉਹਦੇ ਭੈਣ ਭਰਾਵਾਂ ਨੂੰ, ਉਹਦੇ ਪਰਿਵਾਰ ਨੂੰ, ਉਹਦੇ ਰਿਲੇਟਿਵਸ ਨੂੰ, ਤੇ ਸਾਰੀ ਉਹਦੀ ਜਿਹੜੀ ਦੁਨੀਆ ਹੈਗੀ ਹੈ, ਉਹਨਾਂ ਨੂੰ ਦੁੱਖ ਹੁੰਦਾ। So if you want to understand this, you apply a bit of the Brahmand part of things, and then you apply some of the choice and consequences, because nothing is ever so clear that everything is choice and consequence and everything is Brahmand, except in very few cases like the sun going around, the earth going around the sun. That's absolutely clear. But a lot of things in our life are determined by both the Brahmand part and the choice and consequence part. ਇੱਥੇ ਹੁਣ ਸਿੱਖ ਹੋਣ ਦੇ ਨਾਤੇ ਆਪਾਂ ਇੰਨਾ ਕਬੂਲ ਕਰ ਲਈਏ ਕਿ ਜੋ ਬ੍ਰਹਮੰਡ ਹੁਕਮ ਵਾਲਾ ਹਿੱਸਾ ਹੈ ਨਾ, ਉੱਥੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ, ਸੋ ਉੱਥੇ ਆਪਾਂ ਹੱਥ ਜੋੜ ਲੈਂਦੇ ਆ। ਪਰ ਜਿਹੜੀ ਚੋਇਸ ਐਂਡ ਕੌਨਸੀਕੁਐਂਸ ਵਾਲਾ ਹਿੱਸਾ ਹੈ ਹੁਕਮ ਦਾ, ਉੱਥੇ ਹੁਣ ਮੈਂ ਕੌਨਸੀਕੁਐਂਸ, ਜਿਵੇਂ ਭੈਣ ਜੀ ਸ਼ਾਇਦ ਇੰਦਰਜੀਤ ਹੋਰੀ ਸੀ, ਤੁਸੀਂ ਕਹਿ ਰਹੇ ਸੀ ਕਿ we have some control of the consequences. So ਇੱਥੇ ਜਿੱਥੇ ਸਾਡਾ ਕੰਟਰੋਲ ਹੈ, so what we can do is we can understand the relationship between choice A, B and C with consequence D, E and F, and then make a choice what we want as the consequence and then make the choices. So ਇੱਥੇ ਹੁਣ ਮਾਪਿਆਂ ਦੇ choices ਦੀ ਗੱਲ ਹੈ। ਹੁਣ ਮਾਪੇ ਇਹ ਫੈਸਲਾ ਕਰਨ ਕਿ ਅਸੀਂ ਸ਼ਰਾਬ ਨਹੀਂ ਪੀਣੀ, ਅਸੀਂ ਡਰੱਗਸ ਨਹੀਂ ਖਾਣੇ, ਅਸੀਂ ਉਹ ਬਿਹੇਵੀਅਰਸ ਨਹੀਂ ਕਰਨੇ, ਜਿਹਦੇ ਨਾਲ ਇੱਕ ਕੌਨਸੀਕੁਐਂਸ਼ੀਅਲ ਪ੍ਰੋਬੇਬਿਲਿਟੀ ਹੈ ਕਿ ਸਾਡੇ ਬੱਚੇ ਵਿੱਚ ਕੋਈ ਖਾਮੀ, ਕੋਈ ਕਮੀ, ਕੋਈ ਦਿੱਕਤ ਆਵੇਗੀ। ਐਂਡ ਦੈਟ ਇਜ਼ ਸਮਥਿੰਗ ਦੈਟ ਇਜ਼ ਵਿਦਿਨ ਆਵਰ ਕੰਟਰੋਲ। ਵੀ ਕੈਨ ਕੰਟਰੋਲ ਦ ਕੌਨਸੀਕੁਐਂਸਸ ਟੂ ਦ ਐਕਸਟੈਂਟ ਦੈਟ ਵੀ ਕੈਨ, ਐਂਡ ਦੈਟ ਆਈ ਥਿੰਕ ਇਟ ਵਿਲ ਹੈਲਪ ਅਸ। ਸੋ ਹੁਣ ਵਿਸ਼ਾ ਸਾਡੇ ਵਾਸਤੇ ਇਹ ਹੀ ਹੈ ਕਿ ਜੇ ਅਸੀਂ ਕੌਨਸੀਕੁਐਂਸਸ ਕੰਟਰੋਲ ਕਰਨੇ ਆ ਤੇ ਚੋਇਸਸ ਸਾਡੇ ਠੀਕ ਚਾਹੀਦੇ ਨੇ, ਤੇ ਅਸੀਂ ਮਨੁੱਖੀ, ਸਾਡਾ ਜਾਮਾ ਮਨੁੱਖੀ ਹੈ। ਹੁਣ ਮਨੁੱਖੀ, ਵੀ ਆਰ ਲਿਮਿਟਡ ਇਨ ਆਵਰ ਅੰਡਰਸਟੈਂਡਿੰਗ ਆਫ ਥਿੰਗਸ। ਇੱਥੇ ਫਿਰ ਸਾਨੂੰ ਗੁਰੂ ਕਹਿੰਦਾ ਕਿ ਸਿੱਖਾ ਆ ਦੇਖ, ਤੇਰੇ ਵਾਸਤੇ ਮੈਂ 1429 ਸਿਫੇ ਲਿਖੇ ਹੋਏ ਨਾ। ਇਹ ਪਤਾ ਕਾਹਦੇ ਵਾਸਤੇ ਲਿਖੇ ਆ? so that you make all the right choices, so that when the consequences come, you will accept the consequences happily, and with joy and with bliss and ananda. Nanak Bhagta sada vigas ta hoga je tere choices sada theek honge. So I hope I've given you some pointers. I've not really answered your question fully because there are things that we don't know, but hopefully we can draw a line between what are the choices and consequences that are within our control for a child that is born, deformed, and what is beyond the physical side of things. ਮੈਂ ਇੱਕ ਮਾਪਿਆਂ ਦੀ ਤੁਹਾਨੂੰ ਗੱਲ ਸੁਣਾਉਣ ਲੱਗਾ। ਉਹਨਾਂ ਦੇ ਘਰ ਦੇ ਵਿੱਚ ਨਾ ਇੱਕ ਬੱਚਾ ਪੈਦਾ ਹੋਇਆ ਸੀ that was horrendously deformed, ਤੇ ਉਹਨਾਂ ਦੇ ਨਾਲ ਜਦੋਂ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਮੇਰੇ ਕਪਾਟ ਖੋਲ ਦਿੱਤੇ। ਜਦੋਂ ਉਹਨਾਂ ਨੇ ਇੱਕ ਮੈਨੂੰ ਗੱਲ ਕਹੀ, ਉਹ ਕਹਿਣ ਲੱਗੇ ਨਾ ਕਿ ਇਹ ਜਿਹੜਾ ਬੱਚਾ ਹੈ ਨਾ, ਇਹ ਰੱਬ ਨੇ ਸਾਨੂੰ ਚੁਣ ਕੇ ਸਾਡੇ ਘਰ ਚ ਘੱਲਿਆ, ਅਸੀਂ ਚੁਣੇ ਹੋਏ ਆ, ਵੀ ਆਰ ਸਪੈਸ਼ਲੀ ਸਿਲੈਕਟਡ। ਪਤਾ ਕਿਉਂ? ਕਿਉਂਕਿ ਜਿਹੜੇ ਪਿਆਰ ਦੀ, ਮੁਹੱਬਤ ਦੀ ਤੇ ਕੇਅਰ ਐਂਡ ਕਨਸਰਨ ਦੀ ਇਸ ਬੱਚੇ ਨੂੰ ਲੋੜ ਹੈ ਨਾ, ਸਾਰੀ ਦੁਨੀਆ ਵਿੱਚ ਕਿਸੇ ਨੂੰ ਹੋਰ ਲੋੜ ਨਹੀਂ, ਤੇ ਸਾਨੂੰ ਚੁਣਿਆ, ਸਾਨੂੰ ਸਿਲੈਕਟ ਕੀਤਾ ਸੀ। ਇਹ ਇੱਕ ਫਰੇਮ ਆਫ ਮਾਈਂਡ ਹੈ ਜਿਹੜਾ ਉਹਨਾਂ ਨੇ ਚੋਇਸ ਐਂਡ ਕੌਨਸੀਕੁਐਂਸ ਸਮਝ ਕੇ ਮੇਰੇ ਸਾਹਮਣੇ ਰੱਖਿਆ ਸੀ। ਬਿਕੋਜ਼ ਜੇ ਤੁਸੀਂ ਇਹ ਸਟੇਟ ਆਫ ਮਾਈਂਡ ਨਾ ਬਣਾਓਗੇ, ਸਟੇਟ ਆਫ ਮਾਈਂਡ ਵੀ ਚੋਇਸ ਹੈ, ਇਹ ਸਟੇਟ ਆਫ ਮਾਈਂਡ ਨਾ ਬਣਾਓਗੇ, ਸਾਰੀ ਉਮਰ ਰੋਂਦੇ ਰਹੋਗੇ ਕਿ ਇਹ ਬੱਚਾ ਸਾਨੂੰ ਕਿਉਂ ਸਾਡੇ ਹਿੱਸੇ, ਸਾਡੇ ਜੁਮੇ ਪਾ ਦਿੱਤਾ। ਸੋ
ਉਹਨਾਂ ਨੇ ਬਾਣੀ ਪੜ੍ਹ ਕੇ ਬਾਣੀ ਸਮਝ ਕੇ ਇਹ ਚੋਇਸ ਕੀਤੀ ਕਿ ਅਸੀਂ ਸਟੇਟ ਆਫ ਮਾਈਂਡ ਐਸਾ ਬਣਾਇਆ ਕਿ ਵੀ ਆਰ ਦ ਮੋਸਟ ਬਲੈਸਡ ਪੇਰੈਂਟਸ ਇਨ ਦ ਹੋਲ ਯੂਨੀਵਰਸ that God gave us this child। ਇਹਨੂੰ ਅਸੀਂ 24 ਘੰਟੇ ਪ੍ਰੇਮ ਦੇ ਵਿੱਚ ਪਿਆਰ ਦੇ ਵਿੱਚ ਰੱਖਦੇ ਹਾਂ ਤੇ ਜਿੰਨਾ ਪਿਆਰ ਅਸੀਂ ਇਹ ਤੇ ਡੋਲਦੇ ਹਾਂ ਅਸੀਂ ਕਦੇ ਕਿਸੇ ਤੇ ਹੋਰ ਨਹੀਂ ਡੋਲਿਆ। ਸੋ choice of mind, state of mind is a choice and then they get the right consequence, they are in bliss। I can tell you ਨਿਊਯਾਰਕ ਦੀ ਪੇਰੈਂਟ ਦੀ ਗੱਲ ਹੈ ਜਦੋਂ ਮੈਂ ਵਿਚਾਰ ਕੀਤੀ ਮੈਂ ਉਹਨਾਂ ਦੇ ਮੁਖੜਿਆਂ ਉੱਤੇ ਜਿਹੜੀ ਖੁਸ਼ੀ ਤੇ ਜਿਹੜਾ ਖੇੜਾ ਮੈਂ ਦੇਖਿਆ ਨਾ ਉਹ ਫੇਕ ਨਹੀਂ ਸੀਗਾ, ਉਹ ਕ੍ਰੀਏਟਡ ਨਹੀਂ ਸੀਗਾ, ਉਹ ਰੀਅਲ ਸੀਗਾ। ਥੈਂਕ ਯੂ ਵੀਰ ਜੀ, ਤੁਸੀਂ ਬਹੁਤ ਐਗਜ਼ਾਮਪਲ ਰਾਈ ਜੋ ਆਨਸਰ ਮਿਲਿਆ ਨਾ ਉਹ ਮਤਲਬ that is great ਕਿ ਮਤਲਬ ਇਹ ਵੀ ਪਰਮਾਤਮਾ ਦੀ ਮਤਲਬ ਜੋ ਬ੍ਰਹਮੰਡ ਦੀ ਮਤਲਬ ਚੋਇਸ ਹੈ ਤੇ ਔਰ ਸਾਡੇ ਵੀ ਮਨ ਦੀ ਚੋਇਸ ਹੈ ਕਿ ਅਸੀਂ ਕਿਸੇ ਪ੍ਰੋਬਲਮ ਨੂੰ ਪੋਜ਼ਿਟਿਵਲੀ ਲੈਨੇ ਆ ਜਾਂ ਨੈਗੇਟਿਵਲੀ ਲੈਨੇ ਆ। ਅਗਰ ਅਸੀਂ ਕਿਸੇ ਦੁੱਖ ਨੂੰ ਪੋਜ਼ਿਟਿਵਲੀ ਲੈ ਲੈਨੇ ਆ ਤੇ ਉਹ ਦੁੱਖ ਨਹੀਂ ਰਹਿੰਦਾ, ਉਹ ਸੁੱਖ ਵਿੱਚ ਬਦਲ ਜਾਂਦਾ ਹੈ। ਸੋ ਥੈਂਕ ਯੂ ਸੋ ਮਚ ਵੀਰ ਜੀ। ਨਾਈਸ। ਹਾਂਜੀ, ਹੋਰ ਕਿਸੇ ਦਾ ਕੋਈ ਕੁਐਸਚਨ ਜੀ? ਬਹੁਤ ਅੱਛਾ ਮੌਕਾ ਹੈ, ਕੋਈ ਲੈਣਾ ਚਾਹੁੰਦਾ ਲਾਹਾ ਤੇ ਲੈ ਸਕਦਾ ਹੈ, ਆਪਣੇ ਕੁਐਸਚਨਸ ਪੁੱਛ ਸਕਦੇ ਹੋ ਹਾਂਜੀ, ਵੀਰ ਜੀ ਅਸੀਂ ਕੋਲੋਂ। ਜੀਵਨ ਜਾਚ ਦੇ ਅਤੀ ਧੰਨਵਾਦੀ ਹਾਂ ਕਿ ਸਾਨੂੰ ਇਹ ਮੌਕਾ ਦਿੱਤਾ ਗਿਆ। ਚਲੋ ਠੀਕ ਹੈ, ਫਿਰ ਸਾਰੇ ਸੈਟੀਸਫਾਈਡ ਨੇ ਸਾਡੇ ਅੱਜ ਦੇ ਸੈਸ਼ਨ ਤੋਂ। ਰੀਅਲੀ ਵੀ ਆਰ ਥੈਂਕਫੁਲ ਟੂ एवरीवन। Dr. Karminderjeet Singh ji, very, very thanks to you for coming for our session. And Jivindri Pua ji, thank you so much for giving your input. And Dr. Gurmeet ji and Surjit ma'am, thank you everyone. And Baljit ma'am. So we will conclude our session here. Vaheguru Ji Ka Khalsa, Vaheguru Ji Ki Fateh। ਫਤਿਹ।